ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 470 ਤੇ ਆਸਾ ਦੀ ਵਾਰ ਦੀ ਕਥਾ ਚੱਲ ਰਹੀ ਹੈ। ਉੱਤੋਂ ਚੌਥੀ ਪੰਕਤੀ ਹੈ, ਮਹਿਲਾ ਪਹਿਲਾ। ਇਹ ਮਹਿਲਾ ਪੂਰਾ ਸ਼ਬਦ ਨਹੀਂ ਲਿਖਿਆ, ਦੋ ਬਿੰਦੀਆਂ ਲਾ ਕੇ। ਅੱਜ ਕੱਲ੍ਹ ਜਿਵੇਂ ਇੰਗਲਿਸ਼ ਦੇ ਵਿੱਚ ਇੱਕ ਬਿੰਦੀ ਲਾ ਦਿੱਤੀ, ਜਿਵੇਂ ਡਾਕਟਰ ਪਾਉਣਾ ਹੈ, ਪੂਰਾ ਡਾਕਟਰ ਪਾਉਣ ਨਾਲ DR ਪਾ ਕੇ ਫੁੱਲ ਸਟਾਪ ਲਾ ਦਿੰਦੇ ਨੇ। ਮਿਸਟਰ ਹੈ, ਪੂਰਾ ਮਿਸਟਰ ਲਿਖਣ ਤੋਂ ਬਿਨਾਂ MR ਲਿਖ ਕੇ ਫੁੱਲ ਸਟਾਪ ਲਾ ਦਿੰਦੇ ਨੇ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਪੂਰਾ ਸ਼ਬਦ ਮਹਿਲਾ ਲਿਖਣ ਦੀ ਬਜਾਏ ਮੰਮੇ ਨੂੰ ਦੋ ਬਿੰਦੀਆਂ ਲਾ ਕੇ ਦੱਸਿਆ ਵੀ ਇਹ ਹੈਗਾ ਮਹਿਲਾ। ਮਹਿਲਾ ਪਹਿਲਾ ਭਾਵ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਚਾਰ ਵੇਦ ਹਿੰਦੂ ਧਰਮ ਦੇ ਨੇ। ਹਿੰਦੂ ਧਰਮ ਸਾਡੇ ਜਿਹੜਾ ਪੁਰਾਤਨ ਸਨਾਤਨ ਧਰਮ ਹੈ, ਉਹ ਚਾਰ ਵੇਦ ਨੇ, 6 ਸ਼ਾਸਤਰ ਨੇ, 18 ਪੁਰਾਣ ਨੇ, 27 ਸਿਮਰਤੀਆਂ ਨੇ। ਇਹ ਹਿੰਦੁਸਤਾਨ ਦੇ ਪੁਰਾਤਨ ਧਾਰਮਿਕ ਗ੍ਰੰਥ ਨੇ, ਜਿਨ੍ਹਾਂ 'ਚੋਂ ਵੇਦ ਜਿਹੜੇ ਨੇ ਇਹ ਸਭ ਤੋਂ ਪਹਿਲਾਂ ਦੇ ਹਨ। ਸਭ ਤੋਂ ਪਹਿਲਾ ਵੇਦ ਹੈ ਸਾਮ ਵੇਦ। ਉਸ ਤੋਂ ਬਾਅਦ ਫਿਰ ਲਿਖਿਆ ਗਿਆ ਰਿਗਵੇਦ। ਉਸ ਤੋਂ ਬਾਅਦ ਫਿਰ ਯਜੁਰਵੇਦ। ਉਸ ਤੋਂ ਬਾਅਦ ਅਥਰਵਵੇਦ। ਸੋ ਸਭ ਤੋਂ ਪਹਿਲਾਂ ਸਾਮ ਵੇਦ ਲਿਖਿਆ ਗਿਆ। ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਸਾਮ ਕਹਿ ਸੇਤੰਬਰ ਸੁਆਮੀ, ਸਚ ਮੈਂ ਆਛੈ ਸਾਚ ਰਹੇ, ਸਭ ਕੋ ਸਚ ਸਮਾਵੈ, ਰਿਗ ਕਹਿ ਰਹਿਆ ਭਰਪੂਰ, ਰਾਮ ਨਾਮ ਦੇਵਾਂ ਮਹਿਸੂਰ, ਨਾਏ ਲੈ ਪ੍ਰਾਛਤ ਜਾਹੇ, ਨਾਨਕ ਤੋ ਮੁਖੰਤਰ ਪਾਹੇ। ਕਹਿੰਦੇ ਸਾਮ ਕਹਿ, ਸਾਮ ਵੇਦ ਕਹਿੰਦਾ ਸੇਤੰਬਰ ਸੁਆਮੀ। ਪੂਰਾ ਸ਼ਬਦ ਹੈ ਸ਼ਵੇਤ ਅੰਬਰ। ਸ਼ਵੇਤ ਮੈਨੇ ਚਿੱਟੇ, ਅੰਬਰ ਮੈਨੇ ਕੱਪੜੇ। ਸ਼ਵੇਤ ਅੰਬਰ ਤੋਂ ਛੋਟਾ ਬਣਾ ਲਿਆ ਸੇਤੰਬਰ, ਕਿਉਂਕਿ ਜਦੋਂ ਸੰਧੀ, ਇੱਕ ਹੁੰਦਾ ਸੰਧੀ, ਇੱਕ ਹੁੰਦਾ ਸੰਧੀ ਛੇਦ। ਇਹ ਦੋ ਸ਼ਬਦਾਂ ਦੀ ਸੰਧੀ ਹੈ, ਸ਼ਵੇਤ ਅੰਬਰ। ਉਸ ਤੋਂ ਸ਼ਵੇਤ ਤੋਂ ਛੋਟਾ ਬਣਾਇਆ ਸੇਤ ਅੰਬਰ। ਸੇਤ ਅੰਬਰ ਨੂੰ ਜਦੋਂ ਇਕੱਠਿਆਂ ਕੀਤਾ ਤਾਂ ਵਿੱਚ ਜਿਹੜਾ ਆੜਾ ਸੀ ਉਹ ਖਤਮ ਹੋ ਗਿਆ, ਅਤੇ ਆੜੇ ਦੀ ਜਿਹੜੀ ਟਿੱਪੀ ਸੀ ਉਹ ਤੱਤੇ 'ਤੇ ਲੱਗ ਗਈ। ਸੇਤੰਬਰ। ਸਾਮ ਕਹਿ ਸੇਤੰਬਰ ਸੁਆਮੀ। ਸਾਮ ਵੇਦ ਕਹਿੰਦਾ ਹੈ ਵੀ ਪਰਮਾਤਮਾ ਚਿੱਟੇ ਕੱਪੜਿਆਂ ਵਾਲਾ ਸੀ। ਸੇਤ ਚਿੱਟੇ, ਸ਼ਵੇਤ ਚਿੱਟੇ ਨੂੰ ਕਹਿੰਦੇ, ਅੰਬਰ ਕੱਪੜੇ ਨੂੰ ਕਹਿੰਦੇ। ਪਰਮਾਤਮਾ ਨੂੰ ਸੇਤੰਬਰ ਕਹਿੰਦੇ ਸੀ ਵੀ ਇਹ ਚਿੱਟੇ ਕੱਪੜਿਆਂ ਵਾਲਾ ਸੁਆਮੀ ਮਾਲਕ ਹੈ। ਸੱਚ ਮੈਂ ਆਛੈ ਸਾਚ ਰਹੇ। ਜਿਹੜਾ ਵੀ ਮਨੁੱਖ ਪੈਦਾ ਹੁੰਦਾ ਸੀ ਉਹ ਸੱਚ ਵਿੱਚ ਹੀ ਪੈਦਾ ਹੁੰਦਾ ਸੀ, ਸੱਚ ਦੇ ਵਿੱਚ ਹੀ ਜੀਵਨ ਜਿਉਂਦਾ ਸੀ। ਆਛੈ ਸੱਚ ਦੇ ਵਿੱਚ ਹੀ ਆਇਆ ਕਰਦਾ ਸੀ, ਭਾਵ ਜਨਮ ਲੈਂਦਾ ਸੀ, ਸੱਚ ਦੇ ਵਿੱਚ ਹੀ ਜੀਵਨ ਜਿਉਂਦਾ ਸੀ। ਸਭ ਕੋ ਸੱਚ ਸਮਾਵੈ, ਅਤੇ ਹਰ ਇੱਕ, ਸਭ ਭੱਬੇ ਨੂੰ ਔਂਕੜ ਲੱਗਾ, ਇੱਕ ਵਚਨ ਬਣਾਇਆ। ਸਭ ਕੋ ਦਾ ਮਤਲਬ ਹਰ ਇੱਕ। ਸਭ ਕੋ ਸੱਚ ਸਮਾਵੈ, ਅਤੇ ਹਰ ਇੱਕ ਸੱਚ ਦੇ ਵਿੱਚ ਹੀ ਲੀਨ ਹੋ ਜਾਂਦਾ ਸੀ। ਭਾਵ ਜੀਵਨ ਸਚਿਆਰ ਸੀ, ਸੱਚ ਦੇ ਵਿੱਚ ਹੀ ਜੰਮਣੇ, ਸੱਚ ਦੇ ਵਿੱਚ ਹੀ ਰਹਿਣੇ, ਅਤੇ ਮਰਨ ਤੋਂ ਬਾਅਦ ਸੱਚ ਦੇ ਵਿੱਚ ਹੀ ਸਮਾ ਜਾਣਾ। ਰਿਗ ਕਹਿ ਰਹਿਆ ਭਰਪੂਰ।
ਰਿਗ ਕਹਿੰਦਾ ਵੀ ਪਰਮਾਤਮਾ ਸਭ ਥਾਂ 'ਤੇ ਵਸਦਾ ਹੈ, ਭਰਪੂਰ, ਜਿਹਨੂੰ ਕਹਿੰਦੇ ਪਰਿਪੂਰਨ। ਜਿਹੜਾ ਸਾਰੇ ਥਾਵਾਂ 'ਤੇ ਵਸਦਾ ਹੋਵੇ ਉਹਨੂੰ ਪਰਿਪੂਰਨ ਜਾਂ ਭਰਪੂਰ ਕਹਿੰਦੇ ਨੇ। ਰਿਗ ਕਹਿ ਰਿਹਾ ਭਰਪੂਰ। ਰਿਗ ਵੇਦ ਇਹ ਕਹਿੰਦਾ ਕਿ ਪਰਮਾਤਮਾ ਸਭ ਥਾਂ 'ਤੇ ਵਸਦਾ ਹੈ। ਰਾਮ ਨਾਮ ਦੇਵਾਂ ਮਹਿਸੂਰ। ਸੂਰ ਦੇ ਦੋ ਅਰਥ ਨੇ, ਇੱਕ ਹੁੰਦਾ ਸੂਰ ਮੈਨੇ ਬਹਾਦਰ, ਦੂਸਰਾ ਸੂਰ ਦਾ ਅਰਥ ਹੈ ਸੂਰਜ, ਜਿਹਨੂੰ ਹਿੰਦੀ ਕੇ ਸੂਰੀਏ, ਉਸ ਤੋਂ ਸੂਰ ਹੈ ਸੂਰਜ। ਦੇਵਾਂ ਮਹਿਸੂਰ, ਵੀ ਦੇਵਤਿਆਂ ਦੇ ਵਿੱਚ ਸਭ ਤੋਂ ਵੱਧ ਪ੍ਰਕਾਸ਼ ਦੇਣ ਵਾਲਾ ਉਹ ਪਰਮਾਤਮਾ ਦਾ ਨਾਮ ਹੈ। ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਤਾਂ ਦੇਵਤਿਆਂ ਤੋਂ ਵੀ ਉੱਪਰ ਹੈ। ਲੋਕ ਦੇਵੀ ਦੇਵਤਿਆਂ ਨੂੰ ਪੂਜਦੇ ਨੇ। ਰਿਗਵੇਦ ਕਹਿੰਦਾ ਨਹੀਂ, ਜੋ ਪਰਮਾਤਮਾ ਦਾ ਨਾਮ ਹੈ ਇਹ ਦੇਵੀ ਦੇਵਤਿਆਂ ਤੋਂ ਵੀ ਉੱਪਰ ਹੈ। ਉਹਨਾਂ ਤੋਂ ਇਸ ਤੋਂ ਪ੍ਰਕਾਸ਼ ਲੈਂਦੇ ਨੇ ਪਰਮਾਤਮਾ ਤੋਂ। ਪਰਮਾਤਮਾ ਪ੍ਰਕਾਸ਼ ਹੈ, ਉਹ ਸੂਰਜ ਹੈ। ਜਿਵੇਂ ਸੂਰਜ ਸਭ ਨੂੰ ਚਾਨਣ ਦਿੰਦਾ, ਇਕੱਲਾ ਸੂਰਜ ਸਾਰੇ ਸੰਸਾਰ 'ਚ ਚਾਨਣ ਕਰਦਾ ਹੈ। ਇਸ ਤਰ੍ਹਾਂ ਪਰਮਾਤਮਾ ਦਾ ਨਾਮ ਹੈ। ਇਹ ਦੇਵਤਿਆਂ ਦੇ ਵਿੱਚੋਂ ਵੀ ਸਭ ਤੋਂ ਵੱਡਾ ਜਿਵੇਂ ਦੇਵਤਾ ਹੁੰਦਾ ਹੈ, ਇਸ ਤਰ੍ਹਾਂ ਹੈ। ਨਾਏ ਲੈ ਪ੍ਰਾਸ਼ਤ ਜਾਹੀਂ। ਪ੍ਰਾਸ਼ਤ ਹੁੰਦਾ ਪਾਪ। ਨਾਏ ਲੈ, ਨਾਮ ਲੈਣ ਨਾਲ, ਨਾਮ ਜਪਣ ਨਾਲ ਪ੍ਰਾਸ਼ਤ ਜਾਹੀਂ, ਪਾਪ ਖਤਮ ਹੋ ਜਾਂਦੇ ਹਨ। ਹਰ ਮਨੁੱਖ ਪਾਪ ਪੁੰਨ ਕਰਦਾ ਰਹਿੰਦਾ ਹੈ। ਇੰਨੇ ਕੋਈ ਪਾਪ ਜ਼ਿਆਦਾ ਕਰਦਾ ਹੈ, ਪੁੰਨ ਘੱਟ ਕਰਦਾ ਹੈ। ਇਹ ਤਾਂ ਕਰੋੜਾਂ 'ਚ ਕੋਈ ਇੱਕ ਬੰਦਾ ਹੋਵੇਗਾ ਜਿਹੜਾ ਟੋਟਲ ਪਾਪੀ ਹੋਵੇ, ਜਿਹਨੇ ਕਦੇ ਕੋਈ ਪੁੰਨ ਹੀ ਨਾ ਕੀਤਾ ਹੋਵੇ, ਜਾਂ ਟੋਟਲ ਪੁੰਨੀ ਹੋਵੇ, ਕੋਈ ਪਾਪ ਹੀ ਨਾ ਕੀਤਾ ਹੋਵੇ। ਨਹੀਂ, ਹਰ ਇੱਕ ਬੰਦਾ ਕੁਝ ਚੰਗੇ ਕੰਮ ਕਰਦਾ ਹੈ, ਕੁਝ ਮੰਦੇ ਕੰਮ ਕਰਦਾ ਹੈ। ਹੁਣ ਪਾਪ ਕਰਮ ਹੋ ਗਏ, ਜਦੋਂ ਸਮਝ ਆਉਂਦੀ ਹੈ ਵੀ ਉਹ ਇਹ ਤੇ ਪਾਪ ਕਰਮ ਹੋ ਗਿਆ ਹੈ, ਹੁਣ ਕੀ ਕੀਤਾ ਜਾਵੇ? ਹੱਲ ਦੇਖੋ, ਹਰ ਇੱਕ ਚੀਜ਼ ਦਾ ਹੁੰਦਾ, ਹਰ ਇੱਕ ਸਮੱਸਿਆ ਦਾ ਹੱਲ ਹੈ ਜੇ ਮਨੁੱਖ ਕਰਨਾ ਚਾਹੇ। ਹਿੰਦੁਸਤਾਨ ਤੇ ਪਾਕਿਸਤਾਨ ਦੀ ਆਪਸ 'ਚ ਨਹੀਂ ਬਣਦੀ, ਕੋਈ ਕਾਰਨ ਤੇ ਹੈ ਨਾ। ਵਿੱਚੋਂ ਤੀਜਾ ਬੰਦਾ ਪਾਇਆ ਜਾਵੇ, 2-4 ਹੋਰ ਦੇਸ਼ ਵਿੱਚ ਪਾਏ ਜਾਣ, ਉਹ ਉਸ ਕਾਰਨ ਨੂੰ ਦੂਰ ਕਰਕੇ ਦੋਨਾਂ ਦੇਸ਼ਾਂ ਦੀ ਦੋਸਤੀ ਕਰਵਾ ਸਕਦੇ ਹਨ। ਚੀਨ ਅਤੇ ਹਿੰਦੁਸਤਾਨ ਦੀ ਇਸ ਵੇਲੇ ਵਿਗੜੀ ਹੋਈ ਹੈ। ਅਗਰ 2-3 ਦੇਸ਼ ਹੋਰ ਵਿੱਚ ਪੈ ਜਾਣ ਤਾਂ ਸਾਡਾ ਸਮਝੌਤਾ ਕਰਾ ਕੇ ਸ਼ਾਂਤੀ ਕਰ ਸਕਦੇ ਹਨ। ਹੱਲ ਹਰ ਇੱਕ ਚੀਜ਼ ਦਾ ਹੈ। ਪਰ ਚੀਨ ਕਹਿੰਦਾ ਸਾਨੂੰ ਹੋਰ ਕਿਸੇ ਦੀ ਲੋੜ ਨਹੀਂ ਹੈ, ਹਿੰਦੁਸਤਾਨ ਕਹਿੰਦਾ ਸਾਨੂੰ ਵੀ ਹੋਰ ਕਿਸੇ ਦੀ ਲੋੜ ਨਹੀਂ, ਅਸੀਂ ਆਪਸ 'ਚ ਦੋਨੋਂ ਵੀ ਜੇ ਦੋ ਬੰਦੇ ਲੜੇ ਹੋਏ ਨੇ, ਉਹ ਆਪਸ 'ਚ ਕਿਵੇਂ ਉਹਨਾਂ ਦਾ ਸਮਝੌਤਾ ਹੋ ਜਾਏਗਾ? ਸਮਝੌਤਾ ਕਰਾਉਣ ਲਈ ਵਿੱਚ ਤੀਜਾ ਚਾਹੀਦਾ ਹੁੰਦਾ, ਤੀਜਾ ਚਾਹੀਦਾ ਹੁੰਦਾ ਹੈ। ਹੱਲ ਹੀ ਨਹੀਂ ਕਰਨਾ ਚਾਹੁੰਦਾ ਕੋਈ, ਇਸ ਲਈ ਉਹ ਸਮੱਸਿਆ ਖੜੀ ਰਹਿ ਜਾਂਦੀ ਹੈ। ਹੁਣ ਪਾਪ ਕਰਮ ਹੋ ਗਿਆ ਹੈ, ਮਗਰ ਸਮਝ ਸੋਝੀਏ ਵੀ ਉਹ ਇਹ ਤਾਂ ਮਾੜਾ ਗੱਲ ਕੰਮ ਹੋ ਗਿਆ, ਹੁਣ ਕੀ ਕੀਤਾ ਜਾਵੇ? ਗੁਰਬਾਣੀ ਕਹਿੰਦੀ ਹੈ ਕਿ ਤੁਸੀਂ ਨਾਮ ਜਪੋ। ਨਾਮ ਜਪਣ ਨਾਲ ਜਿਹੜਾ ਪਾਪ ਕਰਮ ਦਾ ਅਸਰ ਹੈ ਉਹ ਖਤਮ ਹੋ ਜਾਏਗਾ। ਅੱਗੇ ਤੋਂ ਤੋਬਾ ਕਰ ਲਓ ਵੀ ਅੱਗੇ ਤੋਂ ਮੈਂ ਇਹ ਕੰਮ ਨਹੀਂ ਕਰਦਾ। ਯਾਦ ਰੱਖੋ, ਮੁਆਫੀ ਤਾਂ ਮਿਲਦੀ ਹੈ ਜੇ ਬੰਦਾ ਅੱਗੇ ਤੋਂ ਤੋਬਾ ਕਰ ਲਵੇ। ਸੱਜਣ ਠੱਗ ਬੜੇ ਸਾਲ ਹੋ ਗਏ ਠੱਗੀਆਂ ਕਰਦੇ ਹਨ, ਗੁਰੂ ਨਾਨਕ ਦੇਵ ਜੀ ਨਾਲ ਮੇਲ ਹੋ ਗਿਆ ਹੈ, ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਹੈ, ਉਹ ਮੰਨ ਗਿਆ ਹੈ। ਕਹਿ ਜੀ ਵਾਕਈ ਮੈਂ ਪਾਪ ਕਰਮ ਕੀਤੇ ਨੇ, ਮੈਂ ਲੋਕਾਂ ਨੂੰ ਠੱਗਿਆ, ਬਹੁਤ ਧਨ ਇਕੱਠਾ ਕੀਤਾ ਹੈ, ਵੀ ਮੈਨੂੰ ਮੁਆਫ ਕਰੋ।
ਗੁਰੂ ਮਹਾਰਾਜ ਕਹਿੰਦੇ ਇੱਕ ਸ਼ਰਤ 'ਤੇ ਮਾਫੀ ਹੋ ਸਕਦੀ ਹੈ। ਇੱਕ ਤਾਂ ਤੂੰ ਪ੍ਰਤਿੱਗਿਆ ਕਰ ਵੀ ਮੈਂ ਅੱਗੇ ਤੋਂ ਕਿਸੇ ਨਾਲ ਠੱਗੀ ਨਹੀਂ ਕਰਾਂਗਾ, ਕਹਿ ਜੀ ਮੈਂ ਅੱਜ ਤੋਂ ਪ੍ਰਤਿੱਗਿਆ ਕੀਤੀ। ਦੂਸਰਾ ਇਹ ਹੈ ਵੀ ਜੋ ਤੂੰ ਮਾਲ ਲੁੱਟਿਆ, ਕੀ ਤੈਨੂੰ ਪਤਾ ਹੈ ਤੂੰ ਕਿਹਨਾਂ ਦਾ ਲੁੱਟਿਆ? ਕਹਿ ਜੀ ਉਹ ਤਾਂ ਮੈਨੂੰ ਪਤਾ ਨਹੀਂ ਹੈ। ਕਹਿੰਦੇ ਫਿਰ ਇਸ ਤਰ੍ਹਾਂ ਕਰ, ਲੁੱਟ ਦਾ ਸਾਰਾ ਮਾਲ ਗਰੀਬਾਂ 'ਚ ਵੰਡ ਦੇ ਜਾ ਕੇ। ਜਦੋਂ ਵੰਡ ਆਇਆ ਹੈ ਸਾਰਾ ਮਾਲ ਅਤੇ ਪ੍ਰਤਿੱਗਿਆ ਕਰ ਲਈ ਮੈਂ ਅੱਗੇ ਤੋਂ ਠੱਗੀ ਨਹੀਂ ਕਰਦਾ, ਗੁਰੂ ਮਹਾਰਾਜ ਨੇ ਉਹਨੂੰ ਫਿਰ ਗੁਰਮੰਤਰ ਦਿੱਤਾ। ਕਹਿੰਦੇ ਤੂੰ ਇਹਦਾ ਜਾਪ ਕਰਿਆ ਕਰ, ਫਿਰ ਜੋ ਤੂੰ ਪਾਪ ਕਰਮ ਕੀਤੇ ਨੇ ਸਮਾਂ ਪਾ ਕੇ ਉਹਦੀ ਫਿਰ ਤੈਨੂੰ ਮਾਫੀ ਮਿਲ ਜਾਵੇਗੀ। ਇਸ ਲਈ ਨਾਏ ਲੈ ਪ੍ਰਾਸ਼ਤ ਜਾਹੀਂ, ਨਾਮ ਜਪਣ ਨਾਲ ਜਿਹੜੇ ਕੀਤੇ ਹੋਏ ਪਾਪ ਨੇ ਉਹਨਾਂ ਦਾ ਅਸਰ ਖਤਮ ਹੋ ਜਾਂਦਾ ਹੈ। ਨਾਨਕ ਤੋ ਮੁਖ ਅੰਤਰ ਪਾਹੇ, ਮੁਕਤੀ ਤਾਂ ਹੀ ਮਿਲੇਗੀ ਜੇ ਪਾਪ ਖਤਮ ਹੋਣਗੇ। ਪਾਪ ਤਾਂ ਖਤਮ ਹੋਣਗੇ ਜੇ ਨਾਮ ਜਪੇ। ਸੋ ਮੁਕਤੀ ਉਹਨੂੰ ਮਿਲਦੀ ਹੈ ਜਿਹੜਾ ਅੱਗੇ ਤੋਂ ਪਾਪ ਕਰਮ ਨਾ ਕਰੇ ਅਤੇ ਨਾਮ ਜਪਦਾ ਰਹੇ, ਉਸ ਨੂੰ ਮੁਖ ਅੰਤਰ ਹੁੰਦੀ ਹੈ ਮੁਕਤੀ। ਉਸ ਨੂੰ ਮੁਕਤੀ ਮਿਲ ਜਾਂਦੀ ਹੈ, ਭਾਵ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਉਹਨੂੰ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਸੋ ਪਰਮਾਤਮਾ ਸਭ ਦੇ ਵਿੱਚ ਵਸਦਾ ਹੈ। ਪਰਮਾਤਮਾ ਦਾ ਨਾਮ ਸਭ ਦੇਵੀ ਦੇਵਤਿਆਂ ਤੋਂ ਉੱਪਰ ਹੈ। ਪਰਮਾਤਮਾ ਦਾ ਨਾਮ ਲੈਣ ਨਾਲ ਪਾਪਾਂ ਦਾ ਨਾਸ ਹੋ ਜਾਂਦਾ ਹੈ ਅਤੇ ਪਰਮਾਤਮਾ ਦਾ ਨਾਮ ਲੈਣ ਨਾਲ ਮਨੁੱਖ ਨੂੰ ਮੁਕਤੀ ਮਿਲ ਜਾਂਦੀ ਹੈ। ਜੁਜ ਯਜੁਰਵੇਦ ਜਿਹਨੂੰ ਕਹਿੰਦੇ ਨੇ, ਯਜੁਰਵੇਦ ਨੂੰ ਛੋਟਾ ਤੇ ਲਿਖਿਆ ਜੁਜ। ਜੁਜ ਮੈਂ ਜ਼ੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ। ਕਹਿੰਦੇ ਯਜੁਰਵੇਦ ਕਹਿੰਦੇ ਵੀ ਇੱਕ ਸਮਾਂ ਕ੍ਰਿਸ਼ਨ ਭਗਵਾਨ ਦਾ ਆਇਆ। ਜਾਦਵ ਮੈਨੇ ਯਾਦਵ, ਇਹ ਯਾਦਵ ਜਾਤੀ ਦੇ ਸਨ। ਇਹਨਾਂ ਨੇ ਆਪਣੇ ਜ਼ੋਰ ਨਾਲ ਚੰਦਰਾਵਲ ਗੋਪੀ ਦਾ ਨਾਮ ਇੱਕ ਦਾ, ਚੰਦਰਾਵਲ ਗੋਪੀ ਨੂੰ ਛਲ ਲਿਆ, ਪਾਰਾ ਭਾਵ ਆਪਣੇ ਵੱਸ 'ਚ ਕਰ ਲਿਆ। ਪਾਰ ਜਾਤ ਗੋਪੀ ਲਾਇਆ। ਇੱਕ ਗੋਪੀ ਨੇ ਇਹਨਾਂ ਦਾ ਬੜਾ ਪ੍ਰੇਮ ਸੀ। ਉਹ ਕਹਿੰਦੀ ਮੈਨੂੰ ਤੇ ਪਾਰ ਜਾਤ ਰੁੱਖ ਚਾਹੀਦਾ ਹੈ। ਜਦੋਂ ਹਿੰਦੂ ਧਰਮ ਅਨੁਸਾਰ ਖੀਰ ਸਮੁੰਦਰ ਨੂੰ ਦੇਵਤਿਆਂ ਅਤੇ ਦੈਂਤਾਂ ਨੇ ਰਲ ਕੇ ਰਿੜਕਿਆ, ਖੀਰ ਸਮੁੰਦਰ ਨੂੰ, ਉਸ ਦੇ ਵਿੱਚੋਂ 14 ਰਤਨ ਨਿਕਲੇ, ਭਾਵ 14 ਬਹੁਤ ਕੀਮਤੀ ਚੀਜ਼ਾਂ ਨਿਕਲੀਆਂ। ਅੰਮ੍ਰਿਤ ਵੀ ਉਹਦੇ 'ਚੋਂ ਨਿਕਲਿਆ ਅਤੇ ਉਸੇ ਦੇ ਵਿੱਚੋਂ ਪਾਰ ਜਾਤ ਰੁੱਖ ਨਿਕਲਿਆ। ਪਾਰ ਜਾਤ ਰੁੱਖ ਜਿਹੜਾ ਹੈ ਉਹ ਇੰਦਰ ਦੇ ਹਿੱਸੇ ਆ ਗਿਆ। ਇੰਦਰ ਨੇ ਆਪਣੇ ਬਾਗ ਦੇ ਵਿੱਚ ਉਹ ਪਾਰ ਜਾਤ ਰੁੱਖ ਲਾਤਾ। ਪਾਰ ਜਾਤ ਰੁੱਖ 'ਚ ਇਹ ਖੂਬੀ ਹੈ ਕਿ ਉਹਦੇ ਹੇਠਾਂ ਖਲੋ ਕੇ ਜੋ ਤੁਸੀਂ ਮੰਗੋ ਉਹੀ ਮਿਲਦਾ ਹੈ। ਤਾਂ ਜਿਹੜੀ ਕ੍ਰਿਸ਼ਨ ਮਹਾਰਾਜ ਦੀ ਗੋਪੀ ਸੀ, ਗੋਪੀਆਂ ਬਹੁਤ ਸਨ, ਗਵਾਲਣਾ ਜਿਹਨਾਂ ਨੂੰ ਕਹਿੰਦੇ ਨੇ, ਉਹ ਕਹਿੰਦੀ ਮੈਨੂੰ ਪਾਰ ਜਾਤ ਰੁੱਖ ਚਾਹੀਦਾ। ਕ੍ਰਿਸ਼ਨ ਮਹਾਰਾਜ ਦਾ ਉਹਦੇ ਨਾਲ ਪ੍ਰੇਮ ਸੀ। ਉਹ ਪਿਆਰ ਦੇ ਬੱਝੇ ਹੋਏ ਰਾਜਾ ਇੰਦਰ ਨਾਲ ਯੁੱਧ ਕਰਨ ਲੱਗੇ। ਯੁੱਧ ਦੇ ਵਿੱਚ ਇੰਦਰ ਰਾਜਾ ਹਾਰ ਗਿਆ ਅਤੇ ਕ੍ਰਿਸ਼ਨ ਮਹਾਰਾਜ ਪਾਰ ਜਾਤ ਰੁੱਖ ਪੁੱਟ ਕੇ ਉਹਦੇ ਬਾਗ 'ਚੋਂ ਲਿਆ ਕੇ ਇਹ ਗੋਪੀ ਦੇ ਘਰ ਚਲਾਤਾ ਕਿ ਲੈ ਬਈ ਕੀ ਯਾਦ ਰੱਖੇ ਹਲ। ਉਹ ਤਾਂ ਸਮਾਂ ਆਇਆ ਜਦੋਂ ਕ੍ਰਿਸ਼ਨ ਮਹਾਰਾਜ ਚਲਾਣਾ ਕਰ ਗਏ, ਫਿਰ ਜਿਹੜਾ ਹੈ ਇੰਦਰ ਫਿਰ ਆਇਆ, ਆਪਣਾ ਜਿਹੜਾ ਦਰਖਤ ਪੁੱਟ ਕੇ ਫਿਰ ਲੈ ਗਿਆ। ਸੋ ਪਾਰ ਜਾਤ ਗੋਪੀ ਲੈ ਆਇਆ। ਕ੍ਰਿਸ਼ਨ ਮਹਾਰਾਜ ਪਾਰ ਜਾਤ ਦਰਖਤ ਆਪਣੀ ਗੋਪੀ ਲਈ ਲੈ ਕੇ ਆਏ।
ਬਿੰਦਰਾ ਬਨ ਮਹਿ ਰੰਗ ਕੀਆ। ਹਿੰਦੀ ਵਾਲੇ ਨੂੰ ਕਹਿੰਦੇ ਵਰਿੰਦਾਵਨ। ਵਰਿੰਦਾਵਨ ਤੋਂ ਗੁਰਬਾਣੀ ਨਾਲ ਸੌਖਾ ਬਣਿਆ ਬਿੰਦਰਾਵਨ। ਵਰਿੰਦਾ ਸੰਸਕ੍ਰਿਤ ਦਾ ਸ਼ਬਦ ਹੈ, ਜਿਹਨੂੰ ਕਹਿੰਦੇ ਤੁਲਸੀ। ਤੁਲਸੀ ਹੁੰਦੀ ਨਾ, ਤੁਲਸੀ ਨੂੰ ਸੰਸਕ੍ਰਿਤ ਵਿੱਚ ਵਰਿੰਦ ਕਹਿੰਦੇ ਨੇ। ਵਰਿੰਦਾਵਨ ਉਹ ਜੰਗਲ ਜਿੱਥੇ ਤੁਲਸੀ ਹੀ ਤੁਲਸੀ, ਤੁਲਸੀ ਹੀ ਤੁਲਸੀ ਦੇ ਬੂਟੇ ਹੋਣ, ਉਹਨੂੰ ਕਹਿੰਦੇ ਵਰਿੰਦਾਵਨ। ਉਹਨੂੰ ਗੁਰਬਾਣੀ ਲਿਖਿਆ ਬਿੰਦਰਾਵਨ। ਬਿੰਦਰਾਵਨ ਮੈਂ ਰੰਗ ਕੀਆ। ਅਤੇ ਉੱਥੇ ਫਿਰ ਗੋਪੀਆਂ ਨਾਲ ਰੰਗ ਰਲੀਆਂ ਮਨਾਉਂਦੇ ਸਨ, ਰੰਗ ਤਮਾਸ਼ੇ ਕਰਦੇ ਸਨ, ਖੇਡਦੇ ਸਨ, ਨੱਚਦੇ ਟੱਪਦੇ ਸਨ। ਫਿਰ ਆ ਗਿਆ ਕਲਯੁਗ। ਕਲ ਮੈਂ ਵੇਦ ਅਥਰ ਬਣ ਹੋਊਗਾ। ਅਥਰਵ ਵੇਦ ਹੈ। ਕਲਯੁਗ ਦੇ ਵਿੱਚ ਅਥਰਵ ਵੇਦ ਲਿਖਿਆ ਗਿਆ। ਨੌ ਖੁਦਾਈ ਅੱਲਾ ਭਇਆ। ਖਿਆਲ ਰੱਖਣਾ, ਇਸ ਨੂੰ ਬਹੁਤ ਸਾਰੇ ਪਾਠੀ ਅੱਲੋ ਪੜ੍ਹਦੇ ਨੇ। ਜਿਵੇਂ ਕਬੀਰ ਸਾਹਿਬ ਦੇ ਸ਼ਬਦ ਦਾ ਉੱਥੇ ਲਿਖਿਆ ਅੱਲਾਹ ਅਲਖ ਨ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ। ਉਹਨੂੰ ਪਾਠੀ ਪੜ੍ਹੇ ਅੱਲੋ ਅਲਖ ਨ ਜਾਈ ਲਖਿਆ। ਇਹ ਹੈ ਅੱਲਾਹ। ਅੱਲਾਹ ਅਰਬੀ ਫਾਰਸੀ ਦਾ ਸ਼ਬਦ ਹੈ, ਹਿੰਦੀ ਪੰਜਾਬੀ ਦਾ ਨਹੀਂ ਹੈ। ਜਿਵੇਂ ਅੰਗਰੇਜ਼ੀ ਨੂੰ ਪੰਜਾਬੀ ਤਰ੍ਹਾਂ ਨਹੀਂ ਪੜ੍ਹਿਆ ਜਾ ਸਕਦਾ, ਹਿੰਦੀ ਨੂੰ ਵੀ ਪੰਜਾਬੀ ਦੀ ਤਰ੍ਹਾਂ ਨਹੀਂ ਪੜ੍ਹਿਆ ਜਾ ਸਕਦਾ। ਹਿੰਦੀ ਨੂੰ ਹਿੰਦੀ ਤਰ੍ਹਾਂ ਪੜ੍ਹਿਆ ਜਾਂਦਾ, ਪੰਜਾਬੀ ਨੂੰ ਪੰਜਾਬੀ ਤਰ੍ਹਾਂ, ਅੰਗਰੇਜ਼ੀ ਨੂੰ ਅੰਗਰੇਜ਼ੀ ਤਰ੍ਹਾਂ। ਇਸ ਤਰ੍ਹਾਂ ਅਰਬੀ ਅਤੇ ਫਾਰਸੀ ਨੂੰ ਪੰਜਾਬੀ ਦੀ ਤਰ੍ਹਾਂ ਨਹੀਂ ਪੜ੍ਹਿਆ ਜਾ ਸਕਦਾ। ਪਰਮਾਤਮਾ ਦਾ ਨਾਮ ਅੱਲਾਹ। ਮੁਸਲਮਾਨ ਪਰਮਾਤਮਾ ਨੂੰ ਕੀ ਕਹਿੰਦੇ ਨੇ? ਅੱਲਾਹ। ਆਪਾਂ ਕਹਿੰਦੇ ਵਾਹਿਗੁਰੂ। ਅੰਗਰੇਜ਼ ਕਹਿੰਦੇ ਨੇ ਗੋਡ। ਇਸ ਤਰ੍ਹਾਂ ਇਹਦਾ ਨਾਂ ਇਹ ਉਚਾਰਨ ਹੈ ਅੱਲਾਹ। ਤੁਸੀਂ ਕਹੋਗੇ ਹਾਏ ਨੂੰ ਔਂਕੜ ਕਿਉਂ ਪਾਇਆ? ਹੁਣ ਦੇਖੋ, ਇਸੇ ਲਾਈਨ 'ਚ ਤੁਸੀਂ ਵੇਖੋ, ਕੱਲ ਮੈਂ ਵੇਦ, ਹੁਣ ਦੱਦੇ ਨੂੰ ਔਂਕੜ ਲਾਇਆ ਨਾ ਜੀ। ਆਪਾਂ ਬੇਦੂ ਤਾਂ ਨਹੀਂ ਬੋਲਦੇ ਇਸ ਨੂੰ। ਕੱਲ ਮੈਂ ਬੇਦੂ ਨਹੀਂ ਬੋਲਦੇ, ਨਾ ਕੱਲ ਨੂੰ ਕਲੀ ਬੋਲਦੇ। ਕਲੀ ਨਹੀਂ ਬੋਲਦੇ, ਕੱਲ ਬੋਲਦੇ। ਮਹਿ ਬੋਲਦੇ, ਮਹੀ ਨਹੀਂ ਬੋਲਦੇ, ਮਹਿ ਬੋਲਦੇ। ਬੇਦੂ ਨਹੀਂ ਬੋਲਦੇ, ਬੇਦ ਬੋਲਦੇ। ਹੁਣ ਜੇ ਉੱਥੇ ਦੱਦੇ ਨੂੰ ਔਂਕੜ ਕਿਉਂ ਨਹੀਂ ਬੋਲਦੇ ਅਤੇ ਦੱਦੇ ਨੂੰ ਔਂਕੜ ਕਿਉਂ ਲਾਈਏ? ਜੇ ਬੋਲਦੇ ਤਾਂ ਫਿਰ ਲਾਈ ਕਿਉਂ ਹੈ? ਇਹ ਦੱਸਣ ਲਈ ਕਿ ਵੇਦ ਜਿਹੜਾ ਹੈ ਇੱਕ ਵਚਨ ਹੈ ਅਤੇ ਪੁਲਿੰਗ ਹੈ। ਉਹ ਸ਼ਬਦ ਜਿਹੜੇ ਇੱਕ ਵਚਨ ਹੁੰਦੇ ਨੇ, ਉਹਦੇ ਅਖੀਰਲੇ ਅੱਖਰ ਨੂੰ ਔਂਕੜ ਲੱਗਾ ਹੁੰਦਾ ਹੈ। ਜਿਵੇਂ ਵੇਦ ਇੱਥੇ ਇੱਕ ਵਚਨ ਹੈ, ਇਸੇ ਤਰ੍ਹਾਂ ਅੱਲਾਹ ਹਾਹੇ ਨੂੰ ਔਂਕੜ ਲਾਇਆ ਵੀ ਜੇ ਅੱਲਾਹ ਹੈ, ਇਹ ਇੱਕ ਵਚਨ ਹੈ ਅਤੇ ਪੁਲਿੰਗ ਹੈ। ਪਰਮਾਤਮਾ ਇੱਕ ਵਚਨ ਹੈ ਅਤੇ ਪੁਲਿੰਗ ਹੈ, ਇਸ ਕਰਕੇ ਹਾਹੇ ਨੂੰ ਔਂਕੜ ਲਾਇਆ। ਇਹ ਬੋਲਣ ਲਈ ਨਹੀਂ ਹੈਗਾ, ਇਹ ਅਰਥ ਦੱਸਣ ਲਈ ਹੈ। ਜਿਵੇਂ ਵੇਦ ਦੇ ਹੇਠਾਂ ਦੱਦੇ ਨੇ ਔਂਕੜ ਲਾਇਆ ਨਾ, ਔਂਕੜ ਬੋਲਣ ਲਈ ਨਹੀਂ। ਇਹਨੂੰ ਅਸੀਂ ਬੇਦੂ ਨਹੀਂ ਪੜ੍ਹਦੇ, ਬੋਲਣ ਲਈ ਨਹੀਂ, ਅਰਥ ਦੱਸਣ ਲਈ ਹੈ ਕਿ ਇੱਥੇ ਵੇਦ ਇੱਕ ਵਚਨ ਹੈ। ਇਸ ਤਰ੍ਹਾਂ ਹੀ ਅੱਲਾਹ ਫਾਰਸੀ ਦਾ ਨਿਯਮ ਹੈ ਕਿ ਜੇ ਹਾਹੇ ਤੋਂ ਪਹਿਲਾ ਅੱਖਰ ਮੁਕਤਾ ਹੋਵੇ ਤਾਂ ਉਸ ਮੁਕਤੇ ਦੇ ਨਾਲ ਕੰਨਾ ਲੱਗਦਾ ਹੈ ਅੱਲਾਹ। ਹਾਹੇ ਨੂੰ ਔਂਕੜ ਦਾ ਗੁਰਬਾਣੀ ਅਨੁਸਾਰ ਲਾਇਆ, ਇਹ ਦੱਸਣ ਲਈ ਕਿ ਜਿਹੜਾ ਅੱਲਾਹ ਹੈ ਇਹ ਇੱਕ ਵਚਨ ਹੈ, ਇਸ ਕਰਕੇ ਲਾਇਆ, ਇਹ ਬੋਲਣ ਲਈ ਨਹੀਂ ਲਾਇਆ। ਜਿਵੇਂ ਵੇਦ ਦੇ ਹੇਠਾਂ ਦੱਦੇ ਨੂੰ ਔਂਕੜ ਲਾਇਆ, ਬੋਲਣ ਲਈ ਨਹੀਂ ਲਾਇਆ, ਅਰਥ ਦੱਸਣ ਲਈ ਲਾਇਆ। ਜਿਵੇਂ ਅਥਰਵਣ ਅਣਾਣੇ ਦੇ ਹੇਠਾਂ ਔਂਕੜ ਲਾਇਆ, ਇਹ ਬੋਲਣ ਲਈ ਨਹੀਂ ਲਾਇਆ, ਅਰਥ ਦੱਸਣ ਲਈ ਲਾਇਆ। ਇਸ ਤਰ੍ਹਾਂ ਅੱਲਾਹ, ਇਹ ਹਾਹੇ ਨੂੰ ਔਂਕੜ ਬੋਲਣ ਲਈ ਨਹੀਂ ਲਾਇਆ, ਅਰਥ ਦੱਸਣ ਲਈ ਲਾਇਆ ਹੈ। ਇਸ ਲਈ ਨੌ ਖੁਦਾਈ ਅੱਲਾਹ ਭਇਆ। ਖੁਦਾਈ ਪਰਮਾਤਮਾ ਨੂੰ ਕਹਿੰਦੇ ਨੇ, ਪਰਮਾਤਮਾ ਦਾ ਨਾਮ ਅੱਲਾਹ ਪੈ ਗਿਆ। ਕਿਉਂ? ਮੁਸਲਮਾਨਾਂ ਦਾ ਰਾਜ ਹੋ ਗਿਆ ਹਿੰਦੁਸਤਾਨ 'ਚ, ਸਾਰੇ ਅੱਲਾਹ 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 ਕਹਿਣ ਲੱਗ ਪਏ।
ਖੁਦਾ ਦਾ ਕੀ ਨਾਮ ਪੈ ਗਿਆ? ਅੱਲਾਹ। ਨੀਲ ਬਸਤਰ ਲੈ ਕੱਪੜੇ ਪਹਿਰੇ, ਲੋਕਾਂ ਨੇ ਨੀਲੇ ਕੱਪੜੇ ਪਾਉਣੇ ਸ਼ੁਰੂ ਕਰਤੇ, ਕਿਉਂਕਿ ਮੁਸਲਮਾਨਾਂ ਦਾ ਪਹਿਰਾਵਾ ਹੈ ਨੀਲੇ ਕੱਪੜੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਜਦੋਂ ਮਾਛੀਵਾੜੇ 'ਚੋਂ ਨਿਕਲਣਾ ਸੀ, ਆਲੇ ਦੁਆਲੇ ਦੁਸ਼ਮਣਾਂ ਦਾ ਘੇਰਾ ਪਿਆ ਹੋਇਆ ਹੈ। ਦੁਸ਼ਮਣ ਨੂੰ ਪਤਾ ਲੱਗਿਆ ਵੀ ਮਾਛੀਵਾੜੇ ਦੇ ਵਿੱਚ ਰਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ, ਜਦੋਂ ਬਾਹਰ ਨਿਕਲਣਗੇ ਫੜ ਲਾਂਗੇ ਇਹਨਾਂ ਨੂੰ। ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਲਾਰੀ ਨੂੰ ਕਿਹਾ, ਸਾਡੇ ਕੱਪੜੇ ਨੀਲੇ ਰੰਗ ਦੇ ਇੱਕ ਮਾਈ ਨੇ ਖੱਦਰ ਦਿੱਤਾ, ਉਹ ਲਲਾਰੀ ਨੂੰ ਦਿੱਤਾ, ਉਹਨੇ ਨੀਲੇ ਰੰਗ ਦਿੱਤਾ ਕੱਪੜੇ ਨੂੰ, ਦਰਜੀ ਨੇ ਸਿਲਾਈ ਕਰਤੀ। ਗੁਰੂ ਮਹਾਰਾਜ ਨੇ ਉਹ ਨੀਲੇ ਰੰਗ ਦੇ ਕੱਪੜੇ ਪਾ ਲਏ ਵੀ ਮੁਸਲਮਾਨ ਲੱਗਣ, ਪਹਿਰਾਵਾ ਮੁਸਲਮਾਨਾਂ ਵਾਲਾ ਕਰ ਲਿਆ। ਕਿਉਂਕਿ ਤਾਂ ਜੋ ਦੁਸ਼ਮਣ ਦੀਆਂ ਨਜ਼ਰਾਂ ਤੋਂ ਬਚਿਆ ਜਾ ਸਕੇ। ਉਹਨਾਂ ਦੇ ਰੋਕ ਵੀ ਲਿਆ, ਉਹਨਾਂ ਰੋਕ ਲਿਆ ਦੁਸ਼ਮਣਾਂ ਨੇ। ਜਿਹੜੇ ਸਨ ਲੈ ਕੇ ਜਾ ਰਹੇ ਚੱਕ ਕੇ, ਉਹ ਕਹਿੰਦੇ ਵੀ ਇਹ ਤਾਂ ਉੱਚ ਦੇ ਪੀਰ ਨੇ। ਬਹਾਵਲਪੁਰ ਦੇ ਵਿੱਚ ਇੱਕ ਪਿੰਡ ਦਾ ਨਾਂ ਹੈ ਉੱਚ, ਉੱਥੋਂ ਦੇ ਬੜੇ ਪ੍ਰਸਿੱਧ ਪੀਰ ਹੋਏ ਨੇ। ਕਹਿੰਦੇ ਜੀ ਇਹ ਉੱਚ ਦਾ ਪੀਰ ਹੈ। ਤਾਂ ਜਿਹੜਾ ਮੁਸਲਮਾਨ ਉਸ ਵੇਲੇ ਲੀਡਰ ਸੀ ਨਵਾਬ, ਉਹਨੇ ਇੱਕ ਮੁਸਲਮਾਨ ਦੀ ਡਿਊਟੀ ਲਾਈ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫਾਰਸੀ ਪੜ੍ਹਾਇਆ ਕਰਦਾ ਸੀ। ਉਹਨੇ ਉਹਦੀ ਡਿਊਟੀ ਲਾਈ ਵੀ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੜ੍ਹਾਉਂਦਾ ਰਿਹਾ, ਤੂੰ ਪਹਿਚਾਨ ਵੀ ਕਿਤੇ ਗੁਰੂ ਗੋਬਿੰਦ ਸਿੰਘ ਤਾਂ ਨਹੀਂ। ਉਹਨੇ ਉਹਨਾਂ ਨੂੰ ਪੁੱਛਿਆ, ਨਬੀ ਖਾਂ, ਗਨੀ ਖਾਨ ਤੇ ਦੂਜੇ ਸਿੰਘਾਂ ਨੂੰ, ਕਿ ਕੌਣ ਹੈ? ਕਹਿੰਦੇ ਜੀ ਉੱਚ ਦਾ ਪੀਰ ਹੈ। ਕਹਿੰਦੇ ਮੈਂ ਦੇਖਣੇ। ਜਦੋਂ ਉਸ ਟੀਚਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ, ਦੋਨਾਂ ਦੀਆਂ ਅੱਖਾਂ ਮਿਲੀਆਂ, ਪਰ ਜਿਹੜਾ ਟੀਚਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਹੁਤ ਜ਼ਿਆਦਾ ਪ੍ਰਭਾਵ ਸੀ ਜਦੋਂ ਪੜ੍ਹਾਉਂਦਾ ਹੁੰਦਾ ਸੀ ਵੀ ਇਹ ਤਾਂ ਰੱਬ ਹੈ, ਇਹ ਬੰਦਾ ਨਹੀਂ, ਇਹ ਤਾਂ ਅੱਲਾ ਦਾ ਨੂਰ ਹੈ। ਉਹਨੇ ਜਾ ਕੇ ਕਹਿਤਾ, ਹਾਂ ਜੀ ਉੱਚ ਦਾ ਪੀਰ ਹੈ ਪੀਰ ਹੀ ਸੀ, ਝੂਠਾ ਵੀ ਨਹੀਂ ਪਿਆ। ਉਹ ਕਹਿੰਦਾ ਹਾਂ ਜੀ ਇਹ ਤਾਂ ਉੱਚ ਦਾ ਪੀਰ ਹੈ, ਜਾਣ ਦਿਓ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੀਲੇ ਕੱਪੜੇ ਪਾ ਕੇ ਉੱਥੋਂ ਨਿਕਲ ਗਏ। ਉਸ ਵੇਲੇ ਨੀਲੇ ਕੱਪੜੇ ਮੁਸਲਮਾਨ ਪਾਉਂਦੇ ਸਨ ਅਤੇ ਆਮ ਲੋਕ ਵੀ ਨੀਲੇ ਕੱਪੜੇ ਪਾਉਣ ਲੱਗ ਪਏ। ਜਿਵੇਂ ਜਦੋਂ ਸਾਡੇ ਦੇਸ਼ 'ਚ ਅੰਗਰੇਜ਼ ਆਏ, ਉਦੋਂ ਪਹਿਲਾਂ ਇੱਥੇ ਕੋਈ ਪੈਂਟਾਂ ਨਹੀਂ ਸੀ ਪਾਉਂਦਾ। ਅੰਗਰੇਜ਼ ਆਏ, ਉਹ ਪੈਂਟਾਂ ਪਾਉਂਦੇ ਸਨ। ਉਹਨਾਂ ਨੂੰ ਵੇਖ ਵੇਖ ਕੇ ਹਿੰਦੁਸਤਾਨ ਦੇ ਲੋਕ ਪੈਂਟਾਂ ਪਾਉਣ ਲੱਗ ਪਏ। ਫਿਰ ਅੰਗਰੇਜ਼ ਬੀਬੀਆਂ ਵੀ ਆਈਆਂ, ਉਹ ਵੀ ਪੈਂਟਾਂ ਪਾਉਂਦੀਆਂ ਸਨ। ਉਹਨਾਂ ਨੂੰ ਵੇਖ ਵੇਖ ਕੇ ਸਾਡੀਆਂ ਕੁੜੀਆਂ ਵੀ ਪੈਂਟਾਂ ਪਾਉਣ ਲੱਗ ਪਈਆਂ ਨੇ। ਹੁਣ ਪੰਜਾਬੀ ਪਹਿਰਾਵਾ ਤਾਂ ਖਤਮ ਹੀ ਹੋ ਗਿਆ ਤਕਰੀਬਨ। ਹੁਣ ਚਾਹੇ ਬੰਦੇ ਨੇ ਚਾਹੇ ਬੀਬੀਆਂ ਨੇ, ਇਹ 90% ਪੈਂਟਾਂ ਪਾਉਣ ਵਾਲੇ ਹਨ। ਉਹਨਾਂ ਦਾ ਪ੍ਰਭਾਵ ਹੀ ਇਤਨਾ ਹੋ ਗਿਆ, ਕਿਉਂਕਿ ਅਸੀਂ ਕਾਫੀ ਦੇਰ ਅੰਗਰੇਜ਼ਾਂ ਦੇ ਗੁਲਾਮ ਰਹੇ। ਜੋ ਫਿਰ ਉਹ ਪਹਿਰਾਵਾ ਪਾਉਂਦੇ ਸਨ, ਉਹੀ ਪਹਿਰਾਵਾ ਅਸੀਂ ਪਾਉਣਾ ਸ਼ੁਰੂ ਕਰ ਦਿੱਤਾ। ਬਾਹਰਲੇ ਦੇਸ਼ ਤਾਂ ਪੈਂਟ ਪਾ ਕੇ ਕੰਮ ਕਰਦੇ, ਉੱਥੇ ਸਲਵਾਰਾਂ 'ਤੇ ਪਾਉਣ ਹੀ ਦਿੰਦੇ ਕੰਮ 'ਤੇ। ਜਿਸ ਨੇ ਵੀ ਬਾਹਰਲੇ ਦੇਸ਼ ਜਾਣਾ ਅਤੇ ਕੰਮ ਕਰਨਾ, ਉਹ ਪੈਂਟ ਪਾ ਕੇ, ਚਾਹੇ ਬੀਬੀ ਹੈ ਚਾਹੇ ਭਾਈ ਹੈ, ਪੈਂਟ ਪਾ ਕੇ ਹੀ ਕੰਮ ਕਰੇਗਾ, ਕਿਉਂਕਿ ਉਹਨਾਂ ਦੇ ਦੇਸ਼ਾਂ ਦਾ ਪਹਿਰਾਵਾ ਹੀ ਉਹੀ ਹੈ। ਇਹ ਸਲਵਾਰਾਂ 'ਤੇ ਸਿਰਫ ਜਿਹੜਾ ਐਤਵਾਰ ਨੂੰ ਜਦੋਂ ਗੁਰਦੁਆਰੇ ਜਾਣਾ ਹੁੰਦਾ, ਉਦੋਂ ਬੀਬੀਆਂ ਪਾਉਂਦੀਆਂ, ਨਹੀਂ ਤਾਂ ਇਹ ਪੈਂਟਾਂ ਹੀ ਪਾਉਂਦੀਆਂ ਨੇ ਉੱਥੇ। ਸੋ ਜਿਨ੍ਹਾਂ ਦਾ ਰਾਜ ਹੁੰਦਾ ਹੈ, ਉਹਨਾਂ ਦਾ ਹੌਲੀ ਹੌਲੀ ਪਹਿਰਾਵਾ ਸ਼ੁਰੂ ਹੋ ਜਾਂਦਾ ਹੈ। ਹੁਣ ਦੇਖੋ, ਹਿੰਦੂਆਂ ਦਾ ਰਾਜ ਹੈ ਹਿੰਦੁਸਤਾਨ 'ਚ, ਮੇਨ ਰਾਜ ਤਾਂ ਉਹਨਾਂ ਦਾ ਹੀ ਹੈ ਨਾ। ਠੀਕ ਹੈ, ਪੰਜਾਬ 'ਚ ਰਲਵਾਂ ਮਿਲਵਾਂ ਰਾਜ ਹੈ, ਹਿੰਦੂ ਅਤੇ ਸਿੱਖ ਦੋਨੋਂ ਨੇ।
ਆ ਸਿੱਖਾਂ ਨੂੰ ਕੋਈ ਧੱਕੇ ਨਾਲ ਹਿੰਦੂ ਤਾਂ ਨਹੀਂ ਬਣਾ ਰਿਹਾ, ਇਹ ਸ਼ਕਲ ਤੋਂ ਹਿੰਦੂ ਹੋ ਹੀ ਜਾ ਰਹੇ ਆਪਣੇ ਆਪ ਹੀ, ਆਪਣੇ ਆਪ ਹੀ। ਇਹਨੂੰ ਕੋਈ ਮਜਬੂਰ ਨਹੀਂ ਕਰ ਰਿਹਾ। ਜਦੋਂ ਮੁਸਲਮਾਨਾਂ ਦਾ ਰਾਜ ਸੀ ਉਹ ਤੇ ਮਜਬੂਰ ਕਰਦੇ ਸਨ ਕਈਆਂ ਨੂੰ ਮੁਸਲਮਾਨ ਬਣਨ ਲਈ। ਸਾਡੇ ਸ਼ਹੀਦਾਂ ਨੂੰ ਕਿਉਂ ਸ਼ਹੀਦੀ ਦੇਣੀ ਪਈ? ਉਹ ਕਹਿੰਦੇ ਤੁਸੀਂ ਮੁਸਲਮਾਨ ਹੋ ਜਾਓ, ਉਹ ਕਹਿੰਦੇ ਅਸੀਂ ਨਹੀਂ ਹੁੰਦੇ, ਇਸ ਲਈ ਉਹਨੂੰ ਸ਼ਹੀਦ ਕਰ ਦਿੱਤਾ ਗਿਆ। ਹੁਣ ਮਜਬੂਰੀ ਵੀ ਕੋਈ ਨਹੀਂ, ਹੁਣ ਸਾਨੂੰ ਕੋਈ ਮਜਬੂਰ ਵੀ ਨਹੀਂ ਕਰਦਾ ਕਿ ਤੁਸੀਂ ਸਿਰ ਬਣਾਓ। ਅਸੀਂ ਆਪਣੀ ਖੁਸ਼ੀ ਨਾਲ ਹੀ 90% ਮੁੰਡਿਆਂ ਨੇ ਸਿਰ ਬਣਾ-ਤੇ। ਪਿੰਡਾਂ 'ਚ ਸਰਦਾਰ ਲੱਭਦਾ ਹੀ ਕੋਈ ਨਹੀਂ, ਪਿੰਡਾਂ ਦੇ ਵਿੱਚ ਜੂੜੇ ਵਾਲਾ ਲੱਭਣਾ ਤਾਂ ਮੁਸ਼ਕਿਲ ਹੋ ਗਿਆ ਹੈ। ਆਹ ਸ਼ਹਿਰ 'ਚ ਵੀ ਦੱਸ ਇਸਤਰੀ ਫਿਰਦੇ ਨੇ, ਬਹੁਤ ਥੋੜ੍ਹੇ ਰਹਿ ਗਏ ਨੇ, ਜੂੜਿਆਂ ਵਾਲੇ ਬਹੁਤ ਹੀ ਘੱਟ ਰਹਿ ਗਏ ਨੇ। ਮਜਬੂਰੀ ਕੋਈ ਨਹੀਂ, ਪਰ ਜਿਨ੍ਹਾਂ ਦਾ ਰਾਜ ਹੁੰਦਾ ਹੈ ਇਹ ਲੋਕ ਹੌਲੀ 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 ਉਹੋ ਜਿਹੇ ਹੋ ਜਾਂਦੇ ਨੇ। ਦੇਖ, ਸਿੱਖ ਪਰਿਵਾਰ ਘਰ 'ਚ ਬੱਚਿਆਂ ਦੇ ਨਾਲ ਹਿੰਦੀ ਬੋਲਦੇ ਨੇ, ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ। ਜੇ ਸਿੱਖ ਆਪਣੇ ਘਰ 'ਚ ਹੀ ਪੰਜਾਬੀ ਨਹੀਂ ਬੋਲਣਗੇ ਤਾਂ ਬੱਚੇ ਨੂੰ ਪੰਜਾਬੀ ਆਵੇਗੀ ਕਿਵੇਂ? ਮੈਂ ਕਈਆਂ ਨੂੰ ਝਿੜਕਦਾ, ਮੈਂ ਠੀਕ ਹੈ ਸਕੂਲ 'ਤੇ ਮਜਬੂਰੀ ਹੈ, ਉਹ ਤਾਂ ਕਹਿੰਦੇ ਉਹਨਾਂ ਦੀ ਅੰਗਰੇਜ਼ੀ ਅਤੇ ਹਿੰਦੀ ਬੋਲੋ ਜੀ ਇੱਥੇ। ਜੇ ਇੱਥੇ ਪੰਜਾਬੀ 'ਚ ਗੱਲ ਕਰਦੇ ਨੇ ਉਹਨੂੰ ਨਾ ਜੁਰਮਾਨਾ ਕਰ ਦਿੰਦੇ ਨੇ। ਚਲੋ ਸਕੂਲ ਤਾਂ ਉਹਨਾਂ ਦਾ ਆਪਣਾ ਇੱਕ ਨਿਯਮ ਹੈ, ਤੁਹਾਡੇ ਜੀ ਕਰਦਾ ਸਕੂਲ 'ਚ ਪੜ੍ਹਾਓ, ਜੀ ਕਰਦਾ ਨਾ ਪੜ੍ਹਾਓ, ਉੱਥੇ ਤਾਂ ਮਜਬੂਰੀ ਹੈ। ਘਰ 'ਚ ਤਾਂ ਕੋਈ ਮਜਬੂਰੀ ਨਹੀਂ, ਘਰ 'ਚ ਬੱਚੇ ਨੇ ਹਿੰਦੀ ਬੋਲ ਰਹੇ ਹੁੰਦੇ ਨੇ। ਵੀ ਦੱਸੋ, ਤੁਸੀਂ ਸਰਦਾਰ ਹੋ, ਤੁਸੀਂ ਘਰ 'ਚ ਬੱਚੇ ਨਾਲ ਹਿੰਦੀ ਬੋਲ ਰਹੇ ਹੋ, ਤੁਹਾਡੇ ਬੱਚੇ ਨੂੰ ਪੰਜਾਬੀ ਕਿਵੇਂ ਆਏਗੀ? ਕੱਲ੍ਹ ਨੂੰ ਕਿਵੇਂ ਪਾਠ ਕਰਨਗੇ? ਕਿਵੇਂ ਗੁਰਬਾਣੀ ਇਹਨਾਂ ਨੂੰ ਆਵੇਗੀ? ਇਹਨਾਂ ਦਾ ਊੜਾ ਆੜਾ ਹੀ ਨਹੀਂ ਆਉਣਾ। ਜੇ ਤੁਸੀਂ ਪੰਜਾਬੀ ਵੀ ਨਹੀਂ ਬੋਲਣੀ, ਇਹਨਾਂ ਦਾ ਊੜਾ ਆੜਾ ਹੀ ਨਹੀਂ ਆਉਣਾ, ਅਤੇ ਕੱਲ੍ਹ ਨੂੰ ਪੜ੍ਹ ਕੇ ਸਿੱਖਣਗੇ। ਫਿਰ ਤੁਸੀਂ ਹਿੰਦੀ 'ਚ ਗੁਟਕੇ ਲੈ ਕੇ ਆਓਗੇ, ਹਿੰਦੀ 'ਚ ਪੋਥੀਆਂ ਲੈ ਕੇ ਆਵੋਗੇ, ਪੰਜਾਬੀ 'ਤੇ ਮੁੱਕ ਜਾਏਗੀ। ਅਸਰ ਹੁੰਦਾ ਹੈਗਾ। ਜਿਸ ਕੌਮ ਦਾ ਰਾਜ ਹੁੰਦਾ ਉਹਨਾਂ ਦਾ ਆਪਣੇ ਆਪ ਹੀ ਲੋਕਾਂ 'ਤੇ ਅਸਰ ਹੋ ਜਾਂਦਾ ਹੈ। ਉਹ ਤਾਂ ਮੂਰਖ ਹੁੰਦੇ ਨੇ ਜੇ ਕਿਸੇ ਨੂੰ ਮਜਬੂਰ ਕਰਦੇ ਨੇ ਵੀ ਆਹ ਧਰਮ ਤੁਸੀਂ ਗ੍ਰਹਿਣ ਕਰੋ। ਲੋਕਾਂ ਨੇ ਆਪਣੇ ਆਪ ਹੀ ਜਿਨ੍ਹਾਂ ਦਾ ਰਾਜ ਦਾ ਉਹੋ ਜਿਹਾ ਹੋ ਹੀ ਜਾਣਾ ਹੁੰਦਾ ਹੈ। ਮਜਬੂਰ ਕਰਨ ਦੀ ਲੋੜ ਨਹੀਂ ਹੁੰਦੀ, ਇਹ ਤਾਂ ਮੂਰਖਤਾ ਹੁੰਦੀ ਹੈ। ਮੈਂ ਮਹਾਰਾਜਾ ਰਣਜੀਤ ਸਿੰਘ ਦੀ ਉਦਾਹਰਨ ਦਿੰਦਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ 1799 ਈਸਵੀ ਵਿੱਚ, ਰਾਜਾ ਐਲਾਨ ਕਰ ਦਿੱਤਾ ਗਿਆ ਲਾਹੌਰ 'ਚ ਮਹਾਰਾਜਾ ਰਣਜੀਤ ਸਿੰਘ ਨੂੰ। ਉਸ ਵੇਲੇ ਸਿੱਖਾਂ ਦੀ ਆਬਾਦੀ 18 ਕਰੋੜ ਸੀ ਸਾਰੇ ਪੰਜਾਬ 'ਚ, ਕੁੱਲ 18 ਕਰੋੜ ਸੀ। ਮਹਾਰਾਜਾ ਰਣਜੀਤ ਸਿੰਘ 1839 ਈਸਵੀ ਦੇ 'ਚ ਸਵਰਗਵਾਸ ਹੋਇਆ। 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਨੂੰ ਨਹੀਂ ਕਿਹਾ ਸਿੱਖ ਬਣ ਜਾਓ, ਸਗੋਂ ਉਹਦੇ ਰਾਜ 'ਚ ਸਿੱਖ, ਹਿੰਦੂ, ਮੁਸਲਮਾਨ ਬੜੇ ਖੁਸ਼ ਸਨ। ਇੱਕੋ ਇੱਕ ਰਾਜਾ ਸੰਸਾਰ ਦਾ ਜਿਸ ਦੀ ਬਰਸੀ ਮਨਾਈ ਜਾਂਦੀ ਹੈ, ਉਹ ਇਕੱਲਾ ਮਹਾਰਾਜਾ ਰਣਜੀਤ ਸਿੰਘ, ਹੋਰ ਕਿਸੇ ਦੀ ਬਰਸੀ ਨਹੀਂ ਮਨਾਈ ਜਾਂਦੀ। ਕਿਸੇ ਵੀ ਰਾਜੇ ਦੀ ਬਰਸੀ ਨਹੀਂ ਮਨਾਈ ਜਾਂਦੀ, ਸਿਰਫ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹਰ ਸਾਲ ਮਨਾਈ ਜਾਂਦੀ ਹੈ ਵੀ ਇੰਨਾ ਵਧੀਆ ਰਾਜਾ ਸੀ ਉਹ। ਉਹਨੇ ਕਿਸੇ ਨੂੰ ਮਜਬੂਰ ਨਹੀਂ ਕੀਤਾ ਕਿ ਤੁਸੀਂ ਸਿੱਖ ਬਣੋ ਨਾ। 40 ਸਾਲਾਂ ਦੇ ਵਿੱਚ 18 ਲੱਖ ਤੋਂ 80,000 ਲੱਖ ਸਿੱਖ ਹੋ ਗਏ। 18 ਲੱਖ ਸਿੱਖ ਸਨ, 18 ਲੱਖ ਸਿੱਖ ਸਨ ਉਸ ਵੇਲੇ ਪੰਜਾਬ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਦਾ ਰਾਜ ਹੋਇਆ। ਜਿੱਦੇ ਮਹਾਰਾਜਾ ਰਣਜੀਤ ਸਿੰਘ ਮਰਿਆ ਉਸ ਵੇਲੇ ਸਿੱਖਾਂ ਦੀ ਆਬਾਦੀ 80 ਲੱਖ ਸੀ। 18 ਲੱਖ ਤੋਂ 80 ਲੱਖ ਆਪਣੇ ਆਪ ਹੀ ਹੋ ਗਏ। ਹਿੰਦੂ ਵੀ ਆਪਣੇ ਵੱਡੇ ਪੁੱਤਰ ਨੂੰ ਸਿੱਖ ਬਣਾਇਆ ਕਰਦੇ ਸਨ। ਹਰ ਹਿੰਦੂ ਪਰਿਵਾਰ 'ਚ ਸੀ ਵੀ ਵੱਡੇ ਪੁੱਤਰ ਨੂੰ ਸਿੱਖ ਬਣਾਉਣਾ। 1839 'ਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋਈ। 10 ਸਾਲ ਪੰਜਾਬ ਸਿੱਖਾਂ ਦਾ ਰਾਜ ਰਿਹਾ, ਅੰਗਰੇਜ਼ਾਂ ਨਾਲ ਲੜਾਈਆਂ ਹੁੰਦੀਆਂ ਰਹੀਆਂ। 1849 ਈਸਵੀ ਦੇ ਵਿੱਚ ਪੰਜਾਬ 'ਚ ਅੰਗਰੇਜ਼ਾਂ ਦਾ ਰਾਜ ਹੋ ਗਿਆ। 1892 ਈਸਵੀ ਦੇ ਵਿੱਚ ਹਿੰਦੁਸਤਾਨ 'ਚ ਮਰਦਮਸ਼ੁਮਾਰੀ ਹੋਈ, ਜਿਹਨੂੰ ਜਨ ਗਣਨਾ ਅੱਜ ਕੱਲ੍ਹ ਕਿਹਾ ਜਾਂਦਾ। ਉਰਦੂ 'ਚ ਕਹਿੰਦੇ ਮਰਦਮਸ਼ੁਮਾਰੀ, ਵੀ ਕਿੰਨੇ ਨੇ
ਤੁਸੀਂ ਹੈਰਾਨ ਹੋਵੋਗੇ ਕਿ 1839 ਦੇ ਵਿੱਚ 82 ਲੱਖ ਸਿੱਖ ਸਨ ਤੇ 1892 ਦੇ ਵਿੱਚ ਸਿੱਖਾਂ ਦੀ ਆਬਾਦੀ ਕੁੱਲ 22 ਲੱਖ ਰਹਿ ਗਈ, ਬਾਕੀ ਮੁੜ ਕੇ ਫਿਰ ਸਾਰੇ ਹਿੰਦੂ ਹੋ ਗਏ। ਜਿਹੜੇ ਹਿੰਦੂ ਸਿੱਖ ਬਣੇ ਸਨ ਉਹ ਰਣਜੀਤ ਸਿੰਘ ਦਾ ਰਾਜ ਖਤਮ ਹੁੰਦੇ ਸਾਰੇ ਉਹ ਮੁੜ ਕੇ ਸਾਰੇ ਫਿਰ ਹਿੰਦੂ ਹੋ ਗਏ। ਉਹ ਜਿਹੜੇ 18 ਲੱਖ ਅਸਲੀ ਸਿੱਖ ਸਨ ਉਹੀ ਇੰਨੇ ਸਾਲਾਂ 'ਚ ਵੱਧਦੇ 22 ਲੱਖ ਹੋ ਗਏ। ਅਸਲੀ ਰਹਿ ਗਏ, ਜਿਹੜੇ ਉਂਝ ਬਣੇ ਹੋਏ ਸਨ ਉਹ ਸਭ ਵਾਪਸ ਚਲੇ ਗਏ। ਇਸ ਲਈ ਜਿਹਦਾ ਰਾਜ ਹੁੰਦਾ ਉਹਨਾਂ ਦਾ ਵੈਸੇ ਹੀ ਪ੍ਰਭਾਵ ਹੁੰਦਾ, ਕਹਿਣ ਦੀ ਉਹਨਾਂ ਨੂੰ ਲੋੜ ਨਹੀਂ। ਇਹ ਤਾਂ ਮੂਰਖ ਲੋਕ ਹੁੰਦੇ ਨੇ ਜਿਹੜੇ ਨਫ਼ਰਤ ਕਰਦੇ ਨੇ ਦੂਜਿਆਂ ਨੂੰ ਅਤੇ ਉਹਨਾਂ ਨੂੰ ਦਬਾਉਂਦੇ ਨੇ ਕਿ ਸ਼ਾਇਦ ਪਤਾ ਨਹੀਂ ਇਹ ਸਾਡੇ ਵਰਗੇ ਹੋ ਜਾਣਗੇ। ਇਸ ਤਰ੍ਹਾਂ ਮੂਰਖਤਾ ਹੁੰਦੀ ਹੈ। ਸੋ ਦੱਸ ਰਹੇ ਨੇ ਕਿ ਜਦੋਂ ਕਲਯੁਗ ਆਇਆ, ਅਥਰਵਣ ਵੇਦ 'ਚ ਵਰਣਨ ਹੈ ਕਿ ਖੁਦਾ ਦਾ ਨਾਮ ਅੱਲਾ ਪੈ ਗਿਆ, ਕਿਉਂ ਮੁਸਲਮਾਨਾਂ ਦਾ ਰਾਜ ਹੋ ਗਿਆ। ਨੀਲ ਬਸਤਰ ਲੈ ਕੱਪੜੇ ਪਹਿਰੇ, ਨੀਲੇ ਬਸਤਰ ਲੈ ਕੇ ਉਹਦੇ ਕੱਪੜੇ ਸਵਾ ਕੇ ਲੋਕਾਂ ਨੇ ਪਾਉਣੇ ਸ਼ੁਰੂ ਕਰਤੇ। ਤੁਰਕ ਪਠਾਣੀ ਅਮਲ ਕੀਆ, ਅਮਲ ਹੁੰਦਾ ਰਾਜ। ਤੁਰਕਾਂ ਦਾ ਅਤੇ ਪਠਾਣਾਂ ਦਾ ਹਿੰਦੁਸਤਾਨ 'ਚ ਹੋ ਗਿਆ ਰਾਜ। ਉਹਨਾਂ ਦਾ ਰਾਜ ਹੋਣ ਕਰਕੇ ਲੋਕਾਂ ਨੇ ਨੀਲੇ ਕੱਪੜੇ ਪਾਉਣੇ ਸ਼ੁਰੂ ਕਰਤੇ। ਪਰਮਾਤਮਾ ਦਾ ਨਾਮ ਜੋ ਰਾਮ ਰਾਮ ਕੋਈ ਕਹਿੰਦਾ ਸੀ ਉਹ ਛੱਡ ਕੇ ਅੱਲਾ ਅੱਲਾ ਕਹਿਣ ਲੱਗ ਪਏ। ਪਰਮਾਤਮਾ ਦਾ ਨਾਮ ਅੱਲਾ ਪੈ ਗਿਆ। ਮੁਸਲਮਾਨਾਂ ਦੇ ਵਿੱਚ ਬੁਰਕੇ ਦਾ ਰਿਵਾਜ ਸੀ। ਹਿੰਦੁਸਤਾਨੀਆਂ ਦੇ ਵਿੱਚ ਮੁਸਲਮਾਨਾਂ ਦੇ ਰਾਜ ਤੋਂ ਪਹਿਲਾਂ ਕੋਈ ਬੀਬੀ ਘੁੰਡ ਨਹੀਂ ਸੀ ਕੱਢਿਆ ਕਰਦੀ, ਯਾਦ ਰੱਖਣਾ। ਮੁਸਲਮਾਨਾਂ ਦੇ ਰਾਜ ਤੋਂ ਪਹਿਲਾਂ ਹਿੰਦੁਸਤਾਨ 'ਚ ਕੋਈ ਹਿੰਦੂ ਬੀਬੀ ਘੁੰਡ ਨਹੀਂ ਸੀ ਕੱਢਿਆ ਕਰਦੀ। ਜਦੋਂ ਆਇਆ ਮੁਸਲਮਾਨਾਂ ਦਾ ਰਾਜ, ਮੁਸਲਮਾਨ ਔਰਤਾਂ ਸਾਰੀਆਂ ਬੁਰਕਾ ਪਾਉਂਦੀਆਂ ਸਨ, ਪਾਪ ਸਾਹਿਬ ਮੂੰਹ ਢੱਕ ਕੇ ਰੱਖਦੀਆਂ ਸਨ। ਉਹ ਸਾਰੇ ਸਰੀਰ ਨੂੰ ਹੀ ਢੱਕ ਕੇ ਰੱਖਦੀਆਂ ਸਨ। ਉਹ ਬੁਰਕਾ ਪਾਉਣ ਲੱਗ ਪਏ। ਉਹਨਾਂ ਨੂੰ ਵੇਖ ਵੇਖ ਕੇ ਫਿਰ ਜਿਹੜੇ ਜਿਨ੍ਹਾਂ ਦਾ ਰਾਜ ਹੁੰਦਾ ਉਹਨਾਂ ਦੇ ਵਿੱਚ ਨਾ ਕੁਝ ਗੁੰਡੇ ਲੋਕ ਵੀ ਹੁੰਦੇ ਨੇ। ਅਲਾ ਕਹਿੰਦੇ ਸਾਡਾ ਰਾਜ, ਸਾਨੂੰ ਕਿਸੇ ਕੀ ਕਹਿਣਾ। ਫਿਰ ਜਿਹੜੇ ਗੁੰਡੇ ਲੋਕ ਸਨ ਉਹਨਾਂ ਜਿਹੜੇ ਦੇਖਣਾ ਇਹ ਸੋਹਣੀ ਔਰਤ ਹੈ, ਘੁੰਡ ਕੱਢਿਆ ਨਹੀਂ ਸੀ ਹੁੰਦਾ ਵੀ ਇਹ ਸੋਹਣੀ ਔਰਤ ਹੈ, ਉਹਨੂੰ ਚੱਕ ਕੇ ਲੈ ਜਾਣਾ। ਇਸ ਲਈ ਫਿਰ ਹਿੰਦੂ ਬੀਬੀਆਂ ਨੇ ਵੀ ਵੇਖ ਵੇਖ ਕੇ ਆਪਣਾ ਮੂੰਹ ਛਪਾਉਣਾ ਸ਼ੁਰੂ ਕਰਤਾ, ਘੁੰਡ ਕੱਢਣੇ ਸ਼ੁਰੂ ਕਰਤੇ। ਘੁੰਡ ਦਾ ਰਿਵਾਜ ਕਈ ਇਲਾਕਿਆਂ ਅੱਜ ਤੱਕ ਵੀ ਹੈ। ਜਿਹੜੀਆਂ ਬੀਬੀਆਂ ਪੜ੍ਹ ਲਿਖ ਗਈਆਂ ਨੇ, ਨੌਕਰੀ ਕਰਨ ਲੱਗ ਪਈਆਂ, ਉਹਨਾਂ ਦੇ ਘੁੰਡ ਦਿੱਤੇ ਨੇ ਛੱਡ। ਬਾਕੀ ਅਜੇ ਪੇਂਡੂ ਜਿਹੜੀਆਂ ਬੀਬੀਆਂ ਨੇ ਮੈਂ ਹਰਿਆਣੇ 'ਚ ਦੇਖਿਆ ਅਜੇ ਵੀ ਬਹੁਤ ਸਾਰੀਆਂ ਘੁੰਡ ਕੱਢਦੀਆਂ। ਪੰਜਾਬ 'ਚ ਬਹੁਤ ਘੱਟ ਰਿਵਾਜ ਹੋ ਗਿਆ ਘੁੰਡ ਦਾ, ਕਿਉਂਕਿ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਹੁਕਮ ਕਰਤਾ ਸੀ ਕਿ ਜਿਹੜੀ ਬੀਬੀ ਸਤਸੰਗ ਕਰਨ ਆਵੇ ਉਸਨੇ ਘੁੰਡ ਨਹੀਂ ਕੱਢਣਾ। ਹੌਲੀ ਹੌਲੀ ਫਿਰ ਘੁੰਡ ਕੱਢਣ ਦਾ ਰਿਵਾਜ ਘਟਦਾ ਗਿਆ। ਪਰ ਮੈਂ ਜਦੋਂ ਛੋਟਾ ਹੁੰਦਾ ਸੀ ਮੈਨੂੰ ਯਾਦ ਹੈ ਮੇਰੀਆਂ ਭਰਜਾਈਆਂ ਜਿਹੜੀਆਂ ਸਨ ਉਹ ਪਿਤਾ ਜੀ ਤੋਂ ਘੁੰਡ ਕੱਢਿਆ ਕਰਦੀਆਂ ਸਨ, ਵੀ ਸਹੁਰੇ ਤੋਂ ਜੇਠ ਤੋਂ ਘੁੰਡ ਕੱਢਦੇ ਸਨ। ਹੌਲੀ ਹੌਲੀ ਵਿੱਦਿਆ ਵੱਧਦੀ ਗਈ, ਕੁੜੀਆਂ ਬੀਬੀਆਂ ਪੜ੍ਹਦੀਆਂ ਗਈਆਂ, ਹੌਲੀ ਹੌਲੀ ਘੁੰਡ ਖਤਮ ਹੁੰਦੇ ਗਏ। ਸਮੇਂ ਦੇ ਅਨੁਸਾਰ ਸਮੇਂ ਦਾ ਅਸਰ ਹੁੰਦਾ, ਸਰਕਾਰਾਂ ਦਾ ਅਸਰ ਹੁੰਦਾ ਹੈ, ਸਮਾਜ ਦਾ ਅਸਰ ਹੁੰਦਾ ਹੈ। ਉਸ ਵੇਲੇ ਕਿਉਂਕਿ ਤੁਰਕਾਂ ਅਤੇ ਪਠਾਣਾਂ ਦਾ ਰਾਜ ਸੀ, ਇਸ ਕਰਕੇ ਲੋਕ ਨੀਲੇ ਰੰਗ ਦੇ ਕੱਪੜੇ ਪਾਉਂਦੇ ਸਨ ਅਤੇ ਪਰਮਾਤਮਾ ਦਾ ਨਾਮ ਪੈ ਗਿਆ ਸੀ ਅੱਲਾਹ। ਚਾਰੇ ਵੇਦ ਹੋਏ ਸਚਿਆਰ। ਸੋ ਚਾਰੇ ਵੇਦਾਂ ਨੇ ਜੋ ਸਮੇਂ 'ਤੇ ਗੱਲ ਕਹੀ ਉਹ ਸਮੇਂ 'ਤੇ ਸੱਚ ਹੋ ਗਈ। ਵੇਦਾਂ ਨੇ ਜੋ ਲਿਖਿਆ ਉਹ ਸਮੇਂ 'ਤੇ ਆ ਕੇ ਸੱਚ ਹੋ ਗਏ। ਪੜ੍ਹੇ ਗੁਣੇ 3-4 ਵਿਚਾਰ। ਜਿਹੜੇ ਨੇ ਵੇਦਾਂ ਨੂੰ ਪੜ੍ਹਦੇ ਨੇ, ਗੁਣਿਆਂ ਦਾ ਵਿਚਾਰ ਕਰਨਾ। ਜਿਹੜੇ ਵੇਦਾਂ ਨੂੰ ਪੜ੍ਹਦੇ ਨੇ, ਜਿਹੜੇ ਵੇਦਾਂ ਦਾ ਵਿਚਾਰ ਕਰਦੇ ਨੇ, 3-4 ਵਿਚਾਰ। 4 ਹੁੰਦਾ ਚੰਗੇ, ਇੱਕ ਤਾਂ 4 ਹੁੰਦਾ 4, 1 2 3 4। ਇੱਕ 4 ਦਾ ਮਤਲਬ ਚੰਗੇ ਵਿਚਾਰ। ਇਹਨਾਂ ਨੂੰ ਪੜ੍ਹ ਕੇ ਮਨੁੱਖ ਦੇ ਵਿਚਾਰ ਚੰਗੇ ਹੋ ਜਾਂਦੇ ਨੇ। ਆਪਾਂ ਧਾਰਮ ਪੁਸਤਕਾਂ ਇਸ ਲਈ ਪੜ੍ਹਦੇ ਹਾਂ ਵੀ ਸਾਡੇ ਵਿਚਾਰ ਵਧੀਆ ਹੋ ਜਾਣ।
ਕਿਉਂਕਿ ਧਾਰਮਿਕ ਪੁਸਤਕਾਂ ਸਾਨੂੰ ਸਿੱਖਿਆ ਦਿੰਦੀਆਂ ਨੇ। ਜਿੰਨੇ ਧਾਰਮਿਕ ਗ੍ਰੰਥ ਨੇ ਇਹ ਸਾਰੇ ਮਨੁੱਖ ਨੂੰ ਸਿੱਖਿਆ ਦਿੰਦੇ ਨੇ, ਅਤੇ ਜਦੋਂ ਆਪਾਂ ਬਾਣੀ ਪੜ੍ਹਾਂਗੇ ਇਸ ਤੋਂ ਸਾਨੂੰ ਸਿੱਖਿਆ ਮਿਲੇਗੀ ਤਾਂ ਸਾਡੇ ਵਿਚਾਰ ਵੀ ਹੌਲੀ ਹੌਲੀ ਵਧੀਆ ਹੋ ਜਾਣਗੇ। ਸੋ ਜਿਹੜਾ ਇਹਨਾਂ ਨੂੰ ਪੜ੍ਹਦਾ ਹੈ, ਜਿਹੜਾ ਇਹਨਾਂ ਨੂੰ ਵਿਚਾਰਦਾ ਹੈ, ਉਹਦੇ ਆਪਣੇ ਵਿਚਾਰ ਵਧੀਆ ਹੋ ਜਾਂਦੇ ਹਨ। ਭਾਉ ਭਗਤ ਕਰ ਨੀਚ ਸਦਾਏ, ਭਾਉ ਪ੍ਰੇਮ ਨੂੰ ਕਹਿੰਦੇ ਨੇ। ਸਿੱਖ ਧਰਮ ਦੇ ਵਿੱਚ ਪ੍ਰੇਮਾ ਭਗਤੀ ਦੀ ਮਹਾਨਤਾ ਹੈ। ਪੁਰਾਣੇ ਜ਼ਮਾਨੇ 'ਚ ਲੋਕ ਤਪੱਸਿਆ ਕਰਿਆ ਕਰਦੇ ਸਨ। ਤਪੱਸਿਆ ਦੇ ਵਿੱਚ ਸਰੀਰ ਨੂੰ ਕਸ਼ਟ ਦਿੱਤਾ ਜਾਂਦਾ ਸੀ। ਉਹ ਸਮਝਦੇ ਸੀ ਵੀ ਜੇ ਸਰੀਰ ਨੂੰ ਕਸ਼ਟ ਦੇਵਾਂਗੇ ਤਾਂ ਮਨ ਸਾਡੇ ਕੰਟਰੋਲ 'ਚ ਆਵੇਗਾ। ਇਸ ਲਈ ਕੋਈ ਇੱਕ ਲੱਤ 'ਤੇ ਖੜ੍ਹਾ, ਕੋਈ ਪੁੱਠਾ ਲਟਕ ਰਿਹਾ, ਕੋਈ ਭੁੱਖਾ ਰਹਿ ਰਿਹਾ ਹੈ, ਕੋਈ ਜੰਗਲਾਂ ਚਲਿਆ ਗਿਆ, ਕੋਈ ਪਹਾੜਾਂ ਦੀਆਂ ਕੰਦਰਾਂ 'ਚ ਬੈਠਾ, ਕੋਈ ਅੱਗ ਮਚਾ ਕੇ ਉਹਦੇ ਵਿੱਚ ਬੈਠਾ, ਕੋਈ ਠੰਡੇ ਪਾਣੀ ਦਾ ਜਲ ਧਾਰਾ ਪਾ ਰਿਹਾ, 100 ਘੜਾ ਸਿਰ 'ਤੇ ਠੰਡੇ ਪਾਣੀ ਦਾ ਪਾ ਰਿਹਾ। ਵੀ ਇਹਨਾਂ ਚੀਜ਼ਾਂ ਦਾ ਧਰਮ ਨਾਲ ਕੀ ਸੰਬੰਧ ਹੈ? ਇਹਨਾਂ ਚੀਜ਼ਾਂ ਨਾਲ ਰੱਬ ਨਹੀਂ ਮਿਲਦਾ। ਇਹ ਤਾਂ ਫਿਰ ਉਹ ਭਗਤ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਜ ਹੈ ਉਹ ਆਏ, ਗੁਰੂ ਦਸੇ ਗੁਰੂ ਆਏ। ਇਹਨਾਂ ਨੇ ਕਿਹਾ ਬਈ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ। ਜੋ ਕੁਛ ਕਰਵਾ ਰਿਹਾ ਤੁਹਾਡੇ ਤੋਂ ਚੰਗਾ ਜਾਂ ਮੰਦਾ, ਉਹ ਤਾਂ ਤੁਹਾਡਾ ਮਨ ਕਰਵਾ ਰਿਹਾ, ਸਰੀਰ ਥੋੜ੍ਹਾ ਕਰਵਾ ਰਿਹਾ। ਸਰੀਰ ਤੇ ਗੱਡੀ ਹੈ, ਮਨ ਡਰਾਈਵਰ ਹੈ। ਤੁਹਾਡੇ ਕੋਲ ਕਾਰ ਹੈ, ਤੁਸੀਂ ਡਰਾਈਵਰ ਹੋ। ਤੁਹਾਡੀ ਮਰਜ਼ੀ ਹੈ ਕਾਰ ਨੂੰ ਠੇਕੇ 'ਤੇ ਲੈ ਜਾਓ, ਤੁਹਾਡੀ ਮਰਜ਼ੀ ਹੈ ਕਾਰ ਨੂੰ ਗੁਰਦੁਆਰਾ ਸਾਹਿਬ ਲੈ ਆਓ, ਤੁਹਾਡੀ ਮਰਜ਼ੀ ਹੈ ਨਾ, ਡਰਾਈਵਰ ਦੀ ਮਰਜ਼ੀ ਹੈ ਨਾ। ਇਸ ਤਰ੍ਹਾਂ ਮਨ ਡਰਾਈਵਰ ਹੈ, ਸਰੀਰ ਜਿਹੜਾ ਹੈ ਇਹ ਤਾਂ ਸਾਧਨ ਹੈ। ਮਨ ਸਰੀਰ ਨੂੰ ਜੋ ਕਹਿੰਦਾ ਸਰੀਰ ਉਹੀ ਕੁਛ ਕਰਦਾ। ਮਨ ਸਰੀਰ ਨੂੰ ਕਹਿੰਦਾ ਚੱਲ ਬਈ ਚੋਰੀ ਕਰਨ ਚੱਲੀਏ, ਸਰੀਰ ਤੁਰ ਪੈਂਦਾ, ਸਰੀਰ ਨਹੀਂ ਕਹਿੰਦਾ ਮੰਨੀ ਜਾਂਦਾ। ਮਨ ਕਹਿੰਦਾ ਲੈ ਵੀ ਤੇ ਮਾਰ ਡਾਂਗ, ਸਰੀਰ ਡਾਂਗ ਮਾਰਦਾ ਉਸਦੇ। ਸਰੀਰ ਨੇ ਤਾਂ ਮਨ ਦੀ ਮੰਨਣੀ ਹੈ। ਸਰੀਰ ਨੂੰ ਦੁਖੀ ਕਰਨ ਨਾਲ ਮਨ ਕੰਟਰੋਲ 'ਚ ਨਹੀਂ ਹੁੰਦਾ। ਜਦੋਂ ਹੌਲੀ ਹੌਲੀ ਹਿੰਦੁਸਤਾਨ ਦੇ ਲੋਕਾਂ ਨੂੰ ਇਸ ਗੱਲ ਦੀ ਸਮਝ ਆਈ, ਫਿਰ ਕੀ ਹੋਇਆ? ਫਿਰ ਇਹ ਤਪੱਸਿਆ ਛੱਡ ਕੇ ਭਜਨ ਬੰਦਗੀ ਕਰਨ ਵਾਲੇ ਪਾਸੇ ਲੱਗ ਗਏ। ਗੁਰੂ ਮਹਾਰਾਜ ਤਤ ਕੱਢਦੇ ਨੇ ਅਖੀਰ 'ਤੇ। ਹੁਣ ਜਿਹੜੀ ਤਤ ਸਾਰ ਹੈ ਉਹ ਗੁਰੂ ਮਹਾਰਾਜ ਦੇ ਭਾਉ ਭਗਤ ਕਰ ਨੀਚ ਸਦਾਏ। ਜਿਹੜਾ ਪ੍ਰੇਮਾ ਭਗਤੀ ਕਰਦਾ ਅਤੇ ਆਪਣੇ ਆਪ ਨੂੰ ਨੀਵਾਂ ਸਦਾਉਂਦਾ, ਹਉਮੈ ਨਹੀਂ ਕਰਦਾ, ਪਿਆਰ ਸਹਿਤ ਭਗਤੀ ਕਰਦਾ ਜਿੱਥੇ ਵੀ ਹੈ। ਸਿੱਖ ਇਸ ਲਈ ਜੰਗਲਾਂ 'ਚ ਨਹੀਂ ਜਾਂਦਾ। ਸਿੱਖ ਆਮ ਤੌਰ 'ਤੇ ਪਰਿਵਾਰ ਵਾਲਾ ਹੁੰਦਾ ਹੈ। 2-4% ਸਿੱਖ ਨੇ ਜਿਹੜੇ ਸਾਧੂ ਨੇ, ਜਿਹੜੇ ਬਿਹੰਗਮ ਨੇ। ਕਈ ਸੰਤ ਮਹਾਤਮਾ ਦੇ ਵਹਿ ਵਰੇ ਨੇ, ਪਰਿਵਾਰ ਵਾਲੇ ਨੇ, ਪਰ ਕੁਝ ਸੰਤ ਬਿਹੰਗਮ ਵੀ ਹਨ। ਸਿੱਖ ਧਰਮ 'ਚ ਇਹ ਨਹੀਂ ਕਿਹਾ ਕਿ ਹਰ ਇੱਕ ਸ਼ਾਦੀ ਕਰਾਓ, ਪਰ ਸਿੱਖ ਧਰਮ 'ਚ ਜਿਹੜਾ ਹੈ ਇਹ ਰਿਵਾਜ਼ ਹੈ ਸ਼ਾਦੀ ਕਰਾਉਣ ਦਾ। ਕਿਉਂਕਿ ਜਿਨ੍ਹਾਂ ਭਗਤਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਦਰਜ ਹੈ ਇਹ ਸਾਰੇ ਵਿਆਹੇ ਹੋਏ ਸਨ, ਬਾਲ ਬੱਚਿਆਂ ਵਾਲੇ ਸਨ। ਆਪਣੇ ਗੁਰੂ ਵੀ ਜਿਹੜੇ ਸਨ, ਇੱਕ 8ਵੇਂ ਪਾਤਸ਼ਾਹ ਨੂੰ ਛੱਡ ਕੇ, ਕਿਉਂਕਿ ਤਾਂ ਉਮਰ ਹੀ ਬੜੀ ਛੋਟੀ ਸੀ ਉਹਨਾਂ ਦੀ, ਬਾਕੀ ਸਾਰੇ ਵਿਆਹੇ ਵਰੇ ਸਨ, ਬਾਲ ਬੱਚਿਆਂ ਵਾਲੇ ਸਨ। ਸੋ ਸਿੱਖ ਨੇ ਪ੍ਰੇਮਾ ਭਗਤੀ ਕਰਨੀ। ਗੁਰੂਆਂ ਜਾ ਕੇ ਸਾਰੇ ਸੰਸਾਰ 'ਚ ਉਪਦੇਸ਼ ਦਿੱਤਾ ਲੋਕਾਂ ਨੂੰ ਕਿ ਤੁਸੀਂ ਪਿਆਰ ਸਹਿਤ ਪਰਮਾਤਮਾ ਦਾ ਨਾਮ ਜਪੋ, ਸ਼ੁਭ ਕਰਮ ਕਰੋ ਅਤੇ ਪਰਮਾਤਮਾ ਦਾ ਨਾਮ ਜਪੋ। ਸੋ ਗੁਰੂ ਮਹਾਰਾਜ ਦੇ, ਗੁਰੂ ਨਾਨਕ ਦੇਵ ਜੀ ਮਹਾਰਾਜ ਤਤ ਕੱਢਦੇ ਭਾਉ ਭਗਤ ਕਰ ਨੀਚ ਸਦਾਏ। ਜਿਹੜਾ ਪ੍ਰੇਮਾ ਭਗਤੀ ਕਰੇ ਅਤੇ ਆਪਣੇ ਆਪ ਨੂੰ ਨੀਵਾਂ ਸਮਝੇ, ਹਉਮੈ ਨਾ ਕਰੇ, ਤਉ ਨਾਨਕ ਮੁਖ ਅੰਤਰ ਪਾਏ, ਫਿਰ ਉਸ ਨੂੰ ਮੁਕਤੀ ਮਿਲ ਜਾਂਦੀ ਹੈ। ਪ੍ਰੇਮਾ ਭਗਤੀ ਕਰਨੀ ਹੈ, ਹੰਕਾਰ ਨਹੀਂ ਕਰਨਾ। ਫਿਰ ਇਸ ਤਰ੍ਹਾਂ ਭਗਤੀ ਕਰਦੇ ਕਰਦੇ ਮਨੁੱਖ ਨੂੰ ਮੁਕਤੀ ਮਿਲ ਜਾਂਦੀ ਹੈ।
ਪੌੜੀ। ਸਤਿਗੁਰ ਵਿਟਹੋਂ ਵਾਰਿਆ, ਇਹ ਵਿਟਹੋਂ ਪੜ੍ਹਨਾ। ਵਿਟਹੋਂ ਮੈਨੇ ਤੂੰ। ਸਤਿਗੁਰ ਵਿਟਹੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਜਿਹੜੀ ਸਿਹਾਰੀ ਬਿਆਰੀ ਹੁੰਦੀ ਹੈ, ਇਹਨੂੰ ਬੜੇ ਧਿਆਨ ਨਾਲ ਪੜ੍ਹਨਾ ਹੁੰਦਾ। ਮਿਲਿਆ ਦੇ ਹੋਰ ਅਰਥ ਨੇ, ਮਿਲੀਏ ਦੇ ਹੋਰ ਅਰਥ ਨੇ, ਸੁਣਿਏ ਦੇ ਹੋਰ ਅਰਥ ਨੇ, ਸੁਣੀਏ ਦੇ ਹੋਰ ਅਰਥ ਨੇ। ਜਿਵੇਂ ਜਪਜੀ ਸਾਹਿਬ 'ਚ ਸੁਣਿਏ, ਉਹਨਾਂ ਨੂੰ ਸਿਹਾਰੀ ਲੱਗੀ ਹੋਈ। ਸਿਹਾਰੀ ਨਾਲ ਹੀ ਬੋਲਣਾ ਚਾਹੀਦਾ, ਸੁਣਿਏ ਬੋਲਣਾ ਚਾਹੀਦਾ। ਇਹ ਨਹੀਂ ਕਿ ਸੁਣੀਏ ਪੜ੍ਹਨਾ ਉਸਨੂੰ, ਉਹ ਬਿਹਾਰੀ ਲੱਗੀ ਹੁੰਦੀ ਹੈ। ਸਾਨੂੰ ਪੰਜਾਬੀ ਤਾਂ ਘੱਟ ਤੋਂ ਘੱਟ ਪੜ੍ਹਨੀ ਆਉਣੀ ਚਾਹੀਦੀ ਹੈ। ਚਲੋ ਹਿੰਦੀ ਅੰਗਰੇਜ਼ੀ ਦੇ ਨਾਂ ਵੀ ਆ ਮੰਨਿਆ, ਇਹ ਤਾਂ ਸਾਡੀ ਮਾਤ ਭਾਸ਼ਾ ਹੈ। ਜੇ ਸਾਨੂੰ ਆਪਣੀ ਮਾਤ ਭਾਸ਼ਾ ਪੜ੍ਹਨੀ ਅਤੇ ਲਿਖਣੀ ਹੀ ਨਹੀਂ ਆਉਂਦੀ, ਇਹਦਾ ਮਤਲਬ ਸਾਨੂੰ ਫਿਰ ਕੱਖ ਵੀ ਨਹੀਂ ਆਉਂਦਾ। ਫਿਰ ਸਾਨੂੰ ਕੱਖ ਵੀ ਨਹੀਂ ਆਉਂਦਾ। ਜਿਹਨੂੰ ਮਾਤ ਭਾਸ਼ਾ ਨਹੀਂ ਆਉਂਦੀ, ਉਹਨੂੰ ਦੂਜੀਆਂ ਭਾਸ਼ਾਵਾਂ ਕਦੇ ਵੀ ਚੱਜ ਨਾਲ ਨਹੀਂ ਆਇਆ ਕਰਦੀਆਂ। ਜਿਵੇਂ ਜਿਸ ਦੀ ਪੰਜਾਬੀ ਦੀ ਲਿਖਾਈ ਸੋਹਣੀ ਹੈ, ਉਹਦੀ ਹਿੰਦੀ ਦੀ ਵੀ ਸੋਹਣੀ ਹੋਏਗੀ, ਅੰਗਰੇਜ਼ੀ ਦੀ ਵੀ ਸੋਹਣੀ ਹੋਏਗੀ। ਜਿਹਦੀ ਪੰਜਾਬੀ ਦੀ ਲਿਖਾਈ ਸੋਹਣੀ ਨਹੀਂ, ਉਹ ਹਿੰਦੀ ਦੀ ਵੀ ਸੋਹਣੀ ਨਹੀਂ ਹੋਏਗੀ, ਅੰਗਰੇਜ਼ੀ ਦੀ ਵੀ ਨਹੀਂ ਸੋਹਣੀ ਹੋਏਗੀ। ਕਦੇ ਤੁਸੀਂ ਦੇਖ ਲਓ, ਜਿਨ੍ਹਾਂ ਬੱਚਿਆਂ ਦੇ ਹੈਂਡ ਰਾਈਟਿੰਗ ਵਧੀਆ ਨੇ ਨਾ, ਉਹ ਸਾਰੀਆਂ ਭਾਸ਼ਾਵਾਂ 'ਚ ਵਧੀਆ ਨੇ। ਜੇ ਪੰਜਾਬੀ ਸੋਹਣੀ ਲਿਖਦੇ ਨੇ, ਹਿੰਦੀ ਵੀ ਸੋਹਣੀ ਲਿਖਣਗੇ, ਇੰਗਲਿਸ਼ ਵੀ ਸੋਹਣੀ ਲਿਖਣਗੇ। ਇਸ ਲਈ ਮਾਤ ਭਾਸ਼ਾ ਸਾਡੀ ਮਾਤ ਭਾਸ਼ਾ ਹੈ, ਮਾਂ ਬੋਲੀ ਹੈ ਸਾਡੀ। ਜੇ ਸਾਨੂੰ ਇਹੀ ਨਹੀਂ ਠੀਕ ਪੜ੍ਹਨੀ ਆਉਂਦੀ, ਇਹੀ ਠੀਕ ਲਿਖਣੀ ਨਹੀਂ ਆਉਂਦੀ, ਤੇ ਤਾਂ ਫਿਰ ਸਾਨੂੰ ਤਾਂ ਕੱਖ ਵੀ ਨਹੀਂ ਆਉਂਦਾ। ਫਿਰ ਸਾਨੂੰ ਤਾਂ ਇਹਦਾ ਮਤਲਬ ਫਿਰ ਕੁਛ ਵੀ ਨਹੀਂ ਆਉਂਦਾ। ਅਤੇ ਕਈ ਵਿਚਾਰਿਆਂ ਨੂੰ ਤਾਂ ਵੇਖ ਕੇ ਨਹੀਂ ਲਿਖਣਾ ਆਉਂਦਾ। ਆਹ ਹਾਲ ਹੈ। ਮੈਂ ਗੁਰੂ ਜਿਹੜਾ ਕਿਤਾਬ ਲਿਖ ਰਿਹਾ ਹਾਂ, ਗੁਰੂ ਗ੍ਰੰਥ ਸਾਹਿਬ 'ਤੇ ਉਚਾਰਨ ਅਤੇ ਅਰਥ ਲਿਖ ਕੇ ਦਿੱਤਾ। ਟਾਈਪ ਕਰਨ ਵਾਲੇ ਨੂੰ ਵੇਖ ਕੇ ਨਹੀਂ ਟਾਈਪ ਕਰਨੀ ਆਉਂਦੀ, ਕੀ ਰੰਗ ਲਾਏਗਾ ਜੀ ਉਹ। ਮੈਂ ਸੋਚਦਾ ਇਹ ਲੋਕ ਕੀ ਰੰਗ ਲਾਉਣਗੇ, ਇਹਨਾਂ ਨੂੰ ਤਾਂ ਵੇਖ ਕੇ ਨਹੀਂ ਲਿਖਣਾ ਆਉਂਦਾ। ਵੇਖ ਕੇ ਨਹੀਂ ਲਿਖਣਾ ਆਉਂਦਾ। ਲਿਖਿਆ ਜੈਮਲ ਸਿੰਘ, ਲਿਖ ਰਿਹਾ ਜਰਨੈਲ ਸਿੰਘ, ਬਈ ਰਾਰਾ ਕਿੱਥੋਂ ਆ ਵਿੱਚ ਉਹ ਧੱਕੇ ਨਾਲੇ ਪੂੰਜੀ। ਫਿਰ ਮੈਂ ਕਹਿੰਦਾ ਤੁਸੀਂ ਨਕਲਾਂ ਮਾਰ ਕੇ ਪਾਸ ਹੋਏ ਹੋ, ਨਕਲਾਂ ਮਾਰ ਕੇ ਪਾਸ ਹੋਏ। ਜੇ ਅਸੀਂ ਛੋਟੇ ਹੁੰਦੇ ਸੀ ਨਾ ਜੀ, ਬਠਿੰਡਾ ਜ਼ਿਲ੍ਹਾ ਸੀ, ਬਠਿੰਡੇ ਜ਼ਿਲ੍ਹੇ 'ਚ ਰੇਤਲਾ ਇਲਾਕਾ ਸੀ, ਉੱਥੇ ਛੋਲੇ ਬਹੁਤ ਹੁੰਦੇ ਸਨ। ਮਾਂ ਪਿਓ ਨੂੰ ਪਤਾ ਹੀ ਹੁੰਦਾ ਸਾਡਾ ਬੱਚਾ ਕਮਜ਼ੋਰ ਹੈ। ਰਿਜ਼ਲਟ ਤੋਂ ਨਿਕਲ ਤੋਂ 1-2 ਦਿਨ ਪਹਿਲਾਂ ਉਹਨਾਂ ਨੇ ਟੀਚਰਾਂ ਨੂੰ ਮਣ 20 ਸੇਰ, ਉਦੋਂ 40 ਸੇਰ ਦਾ ਮਣ ਹੁੰਦਾ ਸੀ, 20 ਸੇਰ ਜਾਂ 40 ਸੇਰ ਛੋਲੇ ਦੇ ਆਉਣੇ। ਹੁਣ ਸਾਨੂੰ ਪਤਾ ਸੀ ਵੀ ਇਹਨੂੰ ਆਉਂਦਾ ਤੇ ਕੱਖ ਨਹੀਂ ਸੀ, ਮੁੰਡੇ ਨੂੰ ਹੈ ਤੇ ਫੇਲ ਹੋਣ ਵਾਲਾ ਸੀ, ਇਹ ਪਾਸ ਹੋ ਗਿਆ ਹੈ। ਅਸੀਂ ਉਹਨੂੰ ਕਹਿੰਦੇ ਤੂੰ ਛੋਲੇ ਦੇ ਕੇ ਪਾਸ ਹੋਏ। ਉਹਨੂੰ ਕਹਿੰਦੇ ਸੀ ਛੋਲੇ ਦੇ ਕੇ ਪਾਸ ਹੈ, ਪਰ ਰਿਸ਼ਵਤ ਦੇ ਕੇ ਪਾਸ। ਇਹ ਰਿਸ਼ਵਤ ਬੜੀ ਦੇਰ ਦੀ ਚੱਲਦੀ ਹੈ ਅਤੇ ਨਕਲ ਵੀ ਬੜੀ ਦੇਰ ਦੀ ਚੱਲਦੀ ਹੈ। ਮੈਂ ਪਹਿਲੀ ਦੇਖੋ 1950 'ਚ 1950 'ਚ ਮੈਂ ਪੜ੍ਹਨ ਲੱਗਾ, 51 'ਚ ਮੈਂ ਪਹਿਲੀ ਪਾਸ ਕੀਤੀ। ਉਦੋਂ ਵੀ ਬੱਚੇ ਨਕਲਾਂ ਮਾਰਦੇ ਸਨ, ਉਦੋਂ ਵੀ ਛੋਲੇ ਦਿੰਦੇ ਸਨ ਟੀਚਰਾਂ ਨੂੰ। ਨਾ ਨਕਲ ਹਟ ਸਕਦੀ ਹੈ, ਨਾ ਰਿਸ਼ਵਤ ਹਟ ਸਕਦੀ ਹੈ, ਜਿਹਦੀ ਮਰਜ਼ੀ ਜ਼ੋਰ ਲਾ ਕੇ ਵੇਖ ਲੈ। ਕਿੱਥੇ 1950, ਕਿੱਥੇ 2020, ਅੰਦਾਜ਼ਾ ਲਾ ਲਓ ਕਿੰਨੇ ਸਾਲ ਹੋ ਗਏ। 70 ਸਾਲ ਤਾਂ ਮੈਨੂੰ ਹੋ ਗਏ ਦੇਖਦੇ ਹੋਏ। ਰਿਸ਼ਵਤ ਵੀ ਚੱਲ ਰਹੀ ਹੈ ਅਤੇ ਨਕਲਾਂ ਵੀ ਚੱਲ ਰਹੀਆਂ ਹਨ। ਹਾਂ, ਕਦੇ ਵੱਧ ਕਦੇ ਘੱਟ, ਬਸ ਇੰਨਾ ਜ਼ਰੂਰ ਹੈ। ਸੋ ਇਸ ਲਈ ਜਦੋਂ ਪੰਜਾਬੀ ਪੜ੍ਹੀਏ ਬੜੇ ਧਿਆਨ ਨਾਲ ਪੜ੍ਹੀਦਾ। ਸਿਹਾਰੀ ਲੱਗੀਏ ਕਿ ਬਿਹਾਰੀ ਲੱਗੀਏ, ਔਂਕੜ ਲੱਗਾ ਕਿ ਦਲੈਂਕੜ ਲੱਗਾ, ਲਾਂ ਲੱਗੀਏ ਕਿ ਦਲਾਵਾਂ ਲੱਗੀਆਂ, ਹੋੜਾ ਲੱਗਾ ਕਿ ਕਨੌੜਾ ਲੱਗਾ, ਹਰ ਇੱਕ ਦੀ ਆਵਾਜ਼ ਅੱਡ ਅੱਡ ਹੁੰਦੀ, ਹਰ ਇੱਕ ਦੀ ਆਵਾਜ਼ ਅੱਡ ਅੱਡ ਹੁੰਦੀ ਹੈ। ਸੋ ਬੜੇ ਧਿਆਨ ਨਾਲ ਪੜ੍ਹੀਦਾ ਹੈਗਾ। ਪੌੜੀ। ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਇਹਨੂੰ ਸੰਭਾਲਿਆ ਨਹੀਂ ਪੜ੍ਹਨਾ, ਸੰਭਾਲਿਆ ਮੰਮੇ ਦੇ ਪੈਰ 'ਚ ਹਾ ਲਾ ਕੇ ਪੜ੍ਹਨਾ।
ਸੰਭਾਲਿਆ ਯਾਦ ਕੀਤਾ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ। ਇਨੀ ਇਹਨੂੰ ਪਹਿਨੇ ਇਨੀ ਆ ਨੰਨੇ ਦੇ ਪੈਰ 'ਚ ਨਾ ਹਾਹਾ ਲੱਗਾ। ਆ ਜਿਹੜੀ ਟੇਢੀ ਜਿਹੀ ਲਾਈਨ ਨੰਨੇ ਦੇ ਪੈਰ ਲੱਗੀ, ਅੱਧੇ ਹਾਹਾ ਲੱਗਿਆ। ਨੰਨੇ ਨੂੰ ਬਿਹਾਰੀ ਬਿੰਦੀ ਲਾ ਕੇ ਬੋਲਣਾ ਇਨੀ। ਨੇਤਰੀ ਤੱਤੇ ਨੂੰ ਬਿਹਾਰੀ ਬਿੰਦੀ ਲਾ ਕੇ ਬੋਲਣਾ ਨੇਤਰੀ। ਇਨੀ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੈ ਲੱਗੇ, ਡੁੱਬੇ ਸੇ ਵਣਜਾਰਿਆ। ਸਤਿ ਗੁਰੂ ਹੈ ਬੋਇਥਾ, ਵਿਰਲੇ ਕਿਨੇ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ। ਕਹਿੰਦੇ ਸਤਿਗੁਰ ਵਿਟਹੋਂ ਵਾਰਿਆ, ਮੈਂ ਗੁਰੂ ਤੋਂ ਬਲਿਹਾਰ ਜਾਂਦਾ ਹਾਂ। ਮੈਂ ਸਤਿਗੁਰੂ ਤੋਂ ਬਲਿਹਾਰ ਜਾਂਦਾ ਹਾਂ। ਹੁਣ ਆਪੇ ਮਨ 'ਚ ਕਹੋ ਵੀ ਕਿਉਂ, ਫਿਰ ਤੈਨੂੰ ਉੱਤਰ ਮਿਲੇਗਾ। ਗੁਰੂ ਨਾਲ ਨਾ ਬਾਣੀ ਪੜ੍ਹਦੇ ਗੱਲਾਂ ਕਰੀਦੀਆਂ ਨੇ, ਗੁਰੂ ਬਾਰੇ ਗੱਲਾਂ ਕਰੀਦੀਆਂ। ਗੁਰੂ ਬਾਰੇ ਕਹਿੰਦੇ ਮੈਂ ਗੁਰੂ ਤੋਂ ਬਲਿਹਾਰ ਜਾਂਦਾ ਹਾਂ। ਫਿਰ ਤੁਸੀਂ ਪੁੱਛੋ ਜੀ ਕਿਉਂ ਜਾਂਦੇ ਹੋ ਜੀ? ਫਿਰ ਤੁਸੀਂ ਗੁਰੂ ਬਾਰੇ ਪੁੱਛੋ ਕਿਉਂ ਜਾਂਦੇ ਹੋ? ਉਹ ਕਹਿੰਦੇ ਜਿਤ ਮਿਲੇ ਖਸਮ ਸੰਭਾਲਿਆ। ਕਿਉਂਕਿ ਗੁਰੂ ਨੂੰ ਮਿਲ ਕੇ ਮੈਂ ਰੱਬ ਨੂੰ ਯਾਦ ਕਰਨ ਲੱਗ ਪਿਆ। ਮੈਂ ਇਸ ਲਈ ਬਲਿਹਾਰ ਜਾਂਦਾ ਬਈ ਗੁਰੂ ਨੂੰ ਮਿਲ ਕੇ ਮੈਨੂੰ ਰੱਬ ਯਾਦ ਆ ਗਿਆ। ਗੁਰੂ ਨੇ ਮੈਨੂੰ ਗੁਰਮੰਤਰ ਦਿੱਤਾ, ਮੈਂ ਉਹਦਾ ਜਾਪ ਕਰਦਾ, ਮੈਨੂੰ ਰੱਬ ਯਾਦ ਆ ਗਿਆ, ਖਸਮ ਮਾਲਕ ਯਾਦ ਆ ਗਿਆ। ਮੈਂ ਇਸ ਲਈ ਗੁਰੂ ਤੋਂ ਬਲਿਹਾਰ ਜਾਂਦਾ। ਦੇਖੋ ਜਵਾਬ ਦਿੱਤਾ ਨਾ। ਤੁਸੀਂ ਅੱਧੀ ਲਾਈਨ ਪੜ੍ਹੀ, ਸਤਿਗੁਰੂ ਵਿਟੋਂ ਵਾਰਿਆ, ਮੈਂ ਗੁਰੂ ਤੋਂ ਬਲਿਹਾਰ ਜਾਂਦਾ ਹਾਂ। ਜੀ ਕਿਉਂ ਜਾਂਦੇ ਹੋ? ਜਿਤ ਮਿਲਿਆ ਖਸਮ ਸੰਭਾਲਿਆ। ਜਿਸ ਨੂੰ ਮਿਲ ਕੇ ਮੈਂ ਰੱਬ ਨੂੰ ਯਾਦ ਕੀਤਾ, ਮੈਂ ਇਸ ਲਈ ਬਲਿਹਾਰ ਜਾਂਦਾ। ਹੁਣ ਸਾਨੂੰ ਕੋਈ ਕਹਿੰਦਾ ਭਾਈ ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ। ਅਸੀਂ ਕੋਈ ਖਾਸ ਮਹਾਨਤਾ ਨਹੀਂ ਉਹਦੀ ਗੱਲ ਨੂੰ ਦਿੰਦੇ। ਪਰ ਜਦੋਂ ਬਾਣੀ ਪੜ੍ਹਨ ਲੱਗਦੇ ਹਾਂ ਅਤੇ ਨਾਮ ਜਪਣ ਲੱਗਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਵੀ ਉਹ ਉਸ ਬੰਦੇ ਨੇ ਤਾਂ ਸਾਡੇ 'ਤੇ ਬੜਾ ਵੱਡਾ ਪਰਉਪਕਾਰ ਕਰਤਾ ਹੈ, ਸਾਨੂੰ 'ਤੇ ਬੜੇ ਚੰਗੇ ਪਾਸੇ ਲਾ ਦਿੱਤਾ ਹੈ। ਸਾਡੇ 'ਤੇ ਕਾਰਜ ਰਾਸ ਹੋਣ ਲੱਗ ਪਏ ਨੇ, ਜਿਹੜੇ ਕੰਮਾਂ 'ਚ ਰੁਕਾਵਟਾਂ ਪੈਂਦੇ ਸੀ ਉਹ 'ਤੇ ਦੂਰ ਹੋਣ ਲੱਗ ਪਈਆਂ ਨੇ। ਸਾਡੀਆਂ ਸਮੱਸਿਆਵਾਂ ਬਣਨੀਆਂ ਹੱਲ ਹੋਣ ਲੱਗ ਪਈਆਂ ਨੇ। ਸਾਡਾ 'ਤੇ ਆਦਰ ਮਾਣ ਸਤਿਕਾਰ ਹੋਣ ਲੱਗ ਪਿਆ ਹੈ। ਅਸੀਂ ਤਾਂ ਗੁਰੂ ਦੇ ਸਿੱਖ ਵੱਜਣ ਲੱਗ ਪਏ ਹਾਂ। ਕਿੰਨਾ ਕੁਛ ਹੋ ਜਾਏਗਾ। ਲੋਕ ਸਤਿਕਾਰ ਕਰਦੇ ਨੇ ਭਜਨ ਬੰਦਗੀ ਕਰਨ ਵਾਲੇ ਦਾ। ਬੰਦੇ ਗੁਣ ਹੋਣਾ ਚਾਹੀਦਾ। ਸਤਿਕਾਰ ਗੁਣਾਂ ਦਾ ਹੁੰਦਾ, ਸਰੀਰਾਂ ਦਾ ਨਹੀਂ ਹੋਇਆ ਕਰਦਾ। ਸਰੀਰਾਂ ਦਾ ਸਤਿਕਾਰ ਨਹੀਂ ਹੋਇਆ। ਬਦੌਸ਼ੀ ਕਲਾਂ ਦੇ ਮਹਾਂਪੁਰਖ ਹੋਏ ਨੇ, ਅਲਫ ਨੰਗੇ ਰਹਿੰਦੇ ਸੀ। ਬੀਰ ਰਮਦਾਸ ਜੀ ਅਲਫ ਨੰਗੇ ਰਹਿੰਦੇ ਸੀ, ਲੰਗੋਟੀ ਵੀ ਨਹੀਂ ਸੀ ਪਾਉਂਦੇ, ਪਰ ਰਾਜੇ ਮਹਾਰਾਜੇ ਮਿਲਣ ਆਇਆ ਕਰਦੇ ਸਨ। ਫਿਰ ਇਹ ਵੀ ਉਹਨਾਂ ਦੀ ਆਦਤ ਸੀ, ਜਿਹੜਾ ਮਿਲੋ ਉਹਨੂੰ ਗਾਲ ਕੱਢਦੇ ਸੀ। ਜੇ ਉਹ ਨੇੜੇ ਆਉਂਦਾ ਸੀ, ਕੋਲ ਡੰਡਾ ਰੱਖ ਕੇ ਡੰਡੇ ਮਾਰਦੇ ਸੀ। ਧਿਆਨ ਦੇਣਾ, ਰਾਜਾ ਮਿਲਣ ਆਇਆ ਹਿਮਾਚਲ ਦਾ, ਉਹਨੂੰ ਨਾਲੇ ਗਾਲਾਂ ਕੱਢੀਆਂ, ਨਾਲੇ ਉਹਦੇ 2 ਡੰਡੇ ਮਾਰੇ। ਜਿਹੜਾ ਸਿੱਖ ਲੈ ਕੇ ਆਇਆ ਸੀ ਉਹਨੇ ਪਹਿਲਾਂ ਕਹਿਤਾ ਸੀ ਵੀ ਸੁਣ ਲੈ ਮੇਰੀ ਗੱਲ, ਉਹਨਾਂ ਪਹਿਲਾਂ ਤੈਨੂੰ ਕਰਨੀ ਗਾਲਾਂ। ਤੂੰ ਮੰਗਣ ਚੱਲਿਆ ਪੁੱਤਰ, ਜੇ ਤੇਰੇ ਮਾਰਿਆ 1 ਡੰਡਾ ਤੇਰੇ ਪੁੱਤਰ ਹੋਊਗਾ 1, ਜੇ ਤੇਰੇ ਮਾਰੇ 2 ਡੰਡੇ ਤੇਰੇ ਪੁੱਤਰ ਹੋਣਗੇ 2। ਇਹ ਮੇਰੀ ਗਰੰਟੀ ਆ। ਜੇ ਤੇ ਗਾਲਾਂ ਸਹਿ ਸਕਦੇ, ਡੰਡੇ ਖਾ ਸਕਦੇ, ਫਿਰ ਜਾਈ। ਤੇ ਜੇ ਕਹੇ ਮੈਂ ਰਾਜਾ ਇਹ ਮੈਨੂੰ ਕੌਣ ਮਾਰਨ ਵਾਲਾ ਜਾਂ ਗਾਲਾਂ ਕੱਢਣ ਵਾਲਾ, ਫਿਰ ਭਾਈ ਨਾ ਜਾਈ। ਉਹ ਫਿਰ ਵੀ ਆਇਆ, ਗਾਲਾਂ ਵੀ ਖਾਧੀਆਂ, ਡੰਡੇ ਵੀ 2 ਖਾਧੇ, ਪਰ ਪੁੱਤਰ 2 ਹੋ ਗਏ। ਸੋ ਗੱਲ ਸਰੀਰ ਦੀ ਨਹੀਂ ਹੁੰਦੀ, ਕੀਮਤ ਸਰੀਰ ਦੀ ਨਹੀਂ ਹੁੰਦੀ, ਕੀਮਤ ਦੇ ਅੰਦਰ ਗੁਣ ਦੀ ਹੁੰਦੀ ਹੈ। ਜੇ ਅਗਲੇ ਕੋਲ ਗੁਣ ਸੀ ਵੀ ਇਹ ਵਰ ਦੇ ਦੇਣਗੇ ਤੇ ਇਹਨਾਂ ਦਾ ਵਰ ਪੂਰਾ ਹੋ ਜਾਣਾ, ਅਗਲੇ ਤਾਂ ਆਏ। ਰਾਜੇ ਮਹਾਰਾਜੇ ਸਾਧੂਆਂ ਕੋਲੇ ਜਾਂਦੇ ਨੇ, ਐਵੇਂ ਨਹੀਂ ਜਾਂਦੇ। ਸਾਧੂਆਂ ਕੋਲੇ ਕੁਛ ਹੁੰਦਾ ਤਾਂ ਹੀ ਜਾਂਦਾ।
ਉਂਝ ਕੌਣ ਕਿਸੇ ਦੇ ਜਾਂਦਾ? ਆਪਾਂ ਕਿਸੇ ਕਿੰਨਾ ਕੁ ਜਾਂਦੇ ਹਾਂ ਕਿਸੇ ਕੋਲੇ? ਜਦੋਂ ਸਾਨੂੰ ਕਿਸੇ ਤੱਕ ਕੰਮ ਹੁੰਦਾ ਤਾਂ ਹੀ ਜਾਂਦੇ ਹਾਂ ਨਾ, ਅਤੇ ਉਸ ਕੋਲੇ ਜਾਂਦੇ ਵੀ ਇਹ ਸਾਡਾ ਕੰਮ ਕਰ ਸਕਦਾ ਹੈ, ਇਹਦੇ ਕੋਲੇ ਚੱਲੋ। ਇਸ ਲਈ ਗੁਣਾਂ ਦੀ ਕੀਮਤ ਹੁੰਦੀ ਹੈ, ਸਰੀਰਾਂ ਦੀ ਕੀਮਤ ਨਹੀਂ ਹੋਇਆ ਕਰਦੀ। ਸਾਧੂਆਂ ਜੇ ਪੈਰੀਆਂ ਲੋਕ ਹੱਥ ਲਾਉਂਦੇ ਨੇ ਤੇ ਉਹਨਾਂ ਦੇ ਸਰੀਰ ਕਰਕੇ ਨਹੀਂ ਲਾਉਂਦੇ, ਉਹਨਾਂ ਦੇ ਅੰਦਰ ਸਾਧੂ ਪੁਣੇ, ਇਸ ਕਰਕੇ ਸਾਧੂ ਦੇ ਚਰਨੀ ਹੱਥ ਲਾਉਂਦੇ, ਮੱਥੇ ਟੇਕਦੇ ਨੇ। ਜਿਹੜੇ ਸਾਧੂਆਂ ਦੇ ਵਿਰੁੱਧ ਨੇ ਉਹ ਫਿਰ ਨਿੰਦਿਆ ਕਰਦੇ ਰਹਿੰਦੇ ਨੇ, ਇਹ ਬੇਵਕੂਫ ਨੇ ਜੀ, ਇਹ ਸਾਧੂ ਨੂੰ ਮੱਥੇ ਟੇਕਦੇ ਰਹਿੰਦੇ ਨੇ ਜੀ, ਫਤਿਹ ਬੁਲਾਇਆ ਕਰੋ ਜੀ, ਇਹ ਹੈ ਜੀ, ਉਹ ਹੈ ਜੀ, ਬੜਾ ਕੁਛ ਕਹਿੰਦੇ ਨੇ। ਉਹਨਾਂ ਗਿਆਨ ਨਹੀਂ ਹੈਗਾ ਕਿ ਸਰੀਰਾਂ ਨੂੰ ਕੋਈ ਮੱਥੇ ਨਹੀਂ ਟੇਕਦਾ, ਉਸ ਸਰੀਰ ਦੇ ਵਿੱਚ ਜਿਹੜਾ ਗੁਣ ਹੈ ਉਸ ਨੂੰ ਮੱਥੇ ਟੇਕੇ ਜਾਂਦੇ ਨੇ। ਇਹ ਗੱਲ 1963 ਜਦੋਂ ਮੈਂ ਟੀਚਰ ਲੱਗਾ, ਇਹ ਪਿਤਾ ਜੀ ਨੇ ਮੈਨੂੰ ਸਮਝਾਤੀ ਸੀ। ਮੈਂ 3 ਮਹੀਨੇ ਬਾਅਦ ਛੁੱਟੀ ਆਇਆ ਘਰ, ਬਹੁਤ ਦੂਰ ਲੱਗਾ ਸੀ ਮੈਂ ਘਰ ਤੋਂ ਟੀਚਰ। ਮੈਂ ਪਿਤਾ ਨੇ ਕਿਹਾ ਵੀ ਮੈਨੂੰ ਬੜੀ ਸੰਗ ਲੱਗਦੀ ਹੈ ਜੀ, ਮੈਂ 20 ਸਾਲ ਦਾ ਮੁੰਡਾ, 70 ਸਾਲ ਦੇ ਬਜ਼ੁਰਗ ਜਦੋਂ ਮੈਂ ਗਲੀ 'ਚੋਂ ਲੰਘਦਾ ਖੜ੍ਹੇ ਹੋਏ ਦੇ ਮੈਨੂੰ ਵੇਖ ਕੇ ਅਤੇ ਕਿ ਸਰਦਾਰ ਜੀ ਜੈ ਰਾਮ ਜੀ ਕੀ ਜੀ। ਮੇਰੇ ਪਿਤਾ ਜੀ ਮੈਨੂੰ ਇੱਕ ਬੜੀ ਜ਼ਬਰਦਸਤ ਗੱਲ ਕਹੀ, ਕਹਿੰਦੇ ਕਾਕਾ ਉਹ ਤੈਨੂੰ ਜੈ ਰਾਮ ਜੀ ਕੀ ਨਹੀਂ ਬੁਲਾਉਂਦੇ। ਮੈਂ ਬੜਾ ਹੈਰਾਨ ਹੋਇਆ, ਮੈਂ ਹੋਰ ਕਿਹਨੂੰ ਬੁਲਾਉਂਦੇ ਨੇ? ਕਹਿੰਦੇ ਕਾਕਾ ਤੇਰੇ ਵਰਗੇ ਜੈਮਲ ਸਿੰਘ ਪਤਾ ਨਹੀਂ ਕਿੰਨੇ ਫਿਰਦੇ ਨੇ, ਇਹ ਨਾ ਸੋਚ ਉਹ ਤੈਨੂੰ ਜੈ ਰਾਮ ਜੀ ਕੀ ਬੁਲਾਉਂਦੇ ਨੇ। ਨਹੀਂ, ਤੂੰ ਉਹਨਾਂ ਦੇ ਬੱਚਿਆਂ ਦਾ ਟੀਚਰ ਹੈ, ਤੇਰੇ ਅੰਦਰ ਟੀਚਰ ਹੈ, ਟੀਚਰ ਨੂੰ ਉਹ ਤੇ ਫਤਿਹ ਬੁਲਾ ਨਮਸਕਾਰ ਕਰ ਰਹੇ ਨੇ, ਤੈਨੂੰ ਨਹੀਂ। ਕਿਤੇ ਤੂੰ ਸਮਝੇ ਵੀ ਤੈਨੂੰ ਬੁਲਾ ਰਹੇ ਨੇ, ਤੇਰੇ ਸਰੀਰ ਨੂੰ ਨਹੀਂ ਉਹ ਬੁਲਾ ਰਹੇ, ਤੇਰੇ ਅੰਦਰ ਜਿਹੜਾ ਟੀਚਰ ਹੈ ਨਾ ਉਹ ਤਾਂ ਉਸ ਕਰਕੇ ਨਮਸਕਾਰ ਕਰ ਰਹੇ ਨੇ। ਗੱਲ ਮੈਨੂੰ ਦਿਮਾਗ 'ਚ ਬਹਿ ਗਈ ਅਤੇ ਮੈਂ ਦੇਖਿਆ ਸਾਧੂਆਂ ਨੂੰ, ਆ ਗੁਰੂਆਂ ਨੂੰ ਜਿਹੜੇ ਮੱਥੇ ਟੇਕਦੇ ਲੋਕ, ਇਹਨਾਂ ਦੇ ਸਰੀਰਾਂ ਕਰਕੇ ਨਹੀਂ ਟੇਕਦੇ, ਇਹਨਾਂ ਦੇ ਅੰਦਰ ਜਿਹੜਾ ਗੁਣ ਹੈ ਨਾ ਉਸ ਕਰਕੇ ਟੇਕਦੇ ਨੇ। ਸੋ ਆਪਣੇ ਅੰਦਰ ਗੁਣ ਪੈਦਾ ਕਰਨੇ ਹਨ, ਆਪੇ ਹੀ ਤੁਹਾਡਾ ਸਤਿਕਾਰ ਹੋਣ ਲੱਗ ਜਾਏਗਾ। ਸਤਿਕਾਰ ਗੁਣਾਂ ਦਾ ਹੋਣਾ ਹੁੰਦਾ, ਸਰੀਰਾਂ ਦਾ ਨਹੀਂ ਹੋਣਾ ਹੁੰਦਾ। ਨੂੰਹ 'ਚ ਗੁਣ ਨੇ, ਭਾਵੇਂ ਪਕੇਰੇ ਰੰਗ ਦੀ ਤਾਂ ਵੀ ਮਨਜ਼ੂਰ ਹੈ। ਪਹਿਲਾਂ ਹਰ ਇੱਕ ਚਾਹੁੰਦਾ ਸਾਡੀ ਨੂੰਹ ਸੋਹਣੀ ਆਵੇ, ਪਰ ਬਾਈ ਚਾਂਸ ਸੋਹਣੀ ਨਹੀਂ ਹੈਗੀ, ਪਰ ਜੇ ਉਹ ਆਗਿਆਕਾਰ ਹੈ ਅਤੇ ਕੰਮ ਕਰਦੀ ਹੈ ਤਾਂ ਫਿਰ ਸਾਰੇ ਉਸ 'ਤੇ ਖੁਸ਼ ਨੇ। ਫਿਰ ਉਹਦਾ ਰੰਗ ਰੂਪ ਭੁੱਲ ਜਾਂਦਾ, ਉਹਦੇ ਜਿਹੜੇ ਗੁਣ ਨੇ ਉਹਨਾਂ ਦੀ ਕੀਮਤ ਹੁੰਦੀ ਹੈ, ਹਮੇਸ਼ਾ ਯਾਦ ਰੱਖਣਾ ਹੈ। ਸੋ ਤਾਂ ਕਹਿੰਦੇ ਨੇ ਸਤਿਗੁਰ ਵਿਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ। ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਜਿਸ ਨੂੰ ਮਿਲ ਕੇ ਮੈਨੂੰ ਰੱਬ ਯਾਦ ਆ ਜਾਂਦਾ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਅੰਜਨ ਸੁਰਮੇ ਨੂੰ ਕਹਿੰਦੇ ਨੇ। ਜਿਹਨੇ ਮੈਨੂੰ ਉਪਦੇਸ਼ ਦਿੱਤਾ, ਭਾਵ ਜਿਸ ਸਤਿਗੁਰੂ ਨੇ ਮੈਨੂੰ ਉਪਦੇਸ਼ ਦਿੱਤਾ, ਸਿੱਖਿਆ ਦਿੱਤੀ, ਗੁਰਮੰਤਰ ਦਿੱਤਾ, ਗਿਆਨ ਰੂਪੀ ਸੁਰਮਾ ਮੇਰੀ ਅੱਖਾਂ 'ਚ ਪਾਇਆ। ਇੱਕ ਤਾਂ ਉਂਝ ਸੁਰਮਾ ਅੱਖਾਂ 'ਚ ਪਾਉਂਦੇ ਹਾਂ ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ। ਪਹਿਲਾਂ ਸੁਰਮੇ ਹੁੰਦੇ ਸਨ, ਅੱਜ ਕੱਲ੍ਹ ਡਰੋਪਸ ਆ ਗਏ ਨੇ, ਆਪਾਂ ਤੁਬਕੇ ਜੇ ਪਾ ਦਿੰਦੇ ਹਾਂ ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ। ਪਹਿਲਾਂ ਸੁਰਮੇ ਆਇਆ ਕਰਦੇ ਸਨ, ਉਹ ਥੋੜ੍ਹੇ ਕਾਲੇ ਰੰਗ ਦੇ ਹੁੰਦੇ ਸਨ, ਉਹਦੇ ਨਾਲ ਅੱਖਾਂ ਵੀ ਸੋਹਣੀਆਂ ਹੋਇਆ ਕਰਦੀਆਂ ਸਨ। ਬੱਚਿਆਂ ਦੀਆਂ, ਔਰਤਾਂ ਦੀਆਂ ਅੱਖਾਂ ਸੁੰਦਰ ਹੋ ਜਾਂਦੀਆਂ ਸੁਰਮਾ ਪਾ ਕੇ। ਇੱਕ ਤਾਂ ਸੁਰਮਾ ਉਹ ਹੁੰਦਾ ਜਿਹੜਾ ਅੱਖਾਂ ਦੀ ਰੋਸ਼ਨੀ ਤੇਜ਼ ਕਰਦਾ, ਇਹ ਗਿਆਨ ਅੰਜਨ ਹੈ, ਇਹ ਗਿਆਨ ਰੂਪੀ ਸੁਰਮਾ ਹੈ। ਗੁਰੂ ਨੇ ਕਾਹਦਾ ਸੁਰਮਾ ਦਿੱਤਾ? ਗਿਆਨ ਦਾ ਦਿੱਤਾ। ਉਹਨੇ ਜਿਹੜਾ ਉਪਦੇਸ਼ ਦਿੱਤਾ, ਇੰਨੀ ਨੇਤਰੀ ਜਗਤ ਨਿਹਾਲਿਆ। ਫਿਰ ਮੈਂ ਉਹ ਗਿਆਨ ਜਿਹੜੇ ਦਿੱਤਾ ਨਾ, ਉਹਨਾਂ ਨੇਤਰਾਂ ਨਾਲ ਫਿਰ ਮੈਂ ਸੰਸਾਰ ਵੇਖਿਆ। ਇਹਨਾਂ ਨੇਤਰਾਂ ਨਾਲ ਸੰਸਾਰ ਹੋਰ ਤਰ੍ਹਾਂ ਦਿਸਦਾ ਹੈ। ਜਦੋਂ ਬ੍ਰਹਮ ਗਿਆਨ ਦੇ ਨੇਤਰਾਂ ਵਾਲੇ ਸੰਸਾਰ ਨੂੰ ਵੇਖਦੇ ਨੇ ਫਿਰ ਹੋਰ ਦਿਸਦਾ। ਅੱਖਾਂ ਇਹੀ ਨੇ, ਇਹਨਾਂ ਅੱਖਾਂ ਨਾਲ ਸੰਸਾਰ ਹੋਰ ਤਰ੍ਹਾਂ ਦਿਸਦਾ ਹੈ। ਜਦੋਂ ਬ੍ਰਹਮ ਗਿਆਨ ਹੁੰਦਾ ਨਾ ਫਿਰ ਕਿਵੇਂ ਦਿਸਦਾ ਸੰਸਾਰ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸਭ ਪਾਸੇ ਪਰਮਾਤਮਾ ਹੀ ਪਰਮਾਤਮਾ ਦਿਸਦਾ ਹੈ। ਸਰੀਰਾਂ ਦੇ ਵਿੱਚ ਪਰਮਾਤਮਾ ਦਿਸਣ ਲੱਗ ਜਾਂਦਾ ਹੈ। ਕੁੱਤੇ ਦੇ ਵਿੱਚ ਵੀ ਪਰਮਾਤਮਾ ਦਿਸਦਾ ਹੈ,
ਬਿੱਲੀ ਦੇ ਵਿੱਚ ਵੀ ਪਰਮਾਤਮਾ ਦਿਸਦਾ ਹੈ, ਚੂਹੇ ਕੀੜੀਆਂ ਦੇ ਵਿੱਚ ਵੀ ਪਰਮਾਤਮਾ ਦਿਸਦਾ ਹੈ, ਸ਼ੇਰ ਹਾਥੀ ਦੇ ਵਿੱਚ ਵੀ ਪਰਮਾਤਮਾ ਦਿਸਦਾ ਹੈ, ਸਭ ਦੇ ਵਿੱਚ ਪਰਮਾਤਮਾ ਦਿਸਣਾ ਸ਼ੁਰੂ ਹੋ ਜਾਂਦਾ। ਅਤੇ ਜਦੋਂ ਸਾਰਿਆਂ ਦੇ ਵਿੱਚ ਪਰਮਾਤਮਾ ਦਿਸਦਾ, ਹਰ ਇੱਕ ਦੇ ਨਾਲ ਦੁਸ਼ਮਣੀ ਖਤਮ ਹੋ ਜਾਂਦੀ ਹੈ। ਫਿਰ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਰਹਿੰਦੀ, ਕਿਉਂਕਿ ਸਾਰੇ ਹੀ ਆਪਣੇ ਲੱਗਦੇ ਨੇ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾਹੇ ਬੇਗਾਨਾ, ਸਗਲ ਸੰਗ ਹਮਕੋ ਬਨਾਈ। ਸਾਰੇ ਵਿਚਾਰ ਹੀ ਮਨੁੱਖ ਦੇ ਬਦਲ ਜਾਂਦੇ ਹਨ ਜਦੋਂ ਗੁਰੂ ਮਹਾਰਾਜ ਗਿਆਨ ਰੂਪੀ ਸੁਰਮਾ ਪਾਉਂਦੇ ਅੱਖਾਂ 'ਤੇ ਉਪਦੇਸ਼ ਦਿੰਦੇ ਹਨ। ਖਸਮ ਛੋੜ ਦੂਜੇ ਲੱਗੇ, ਫਿਰ ਸਮਝ ਆਉਂਦੀ ਹੈ ਕਿ ਰੱਬ ਨੂੰ ਛੱਡ ਕੇ ਜਿਹੜੇ ਮਾਇਆ ਨਾਲ ਲੱਗੇ ਜਿਹੜੇ ਹੋਏ ਹਨ, ਦੂਜੇ ਰੱਬ ਤੋਂ ਬਾਅਦ ਦੂਜੀ ਚੀਜ਼ ਮਾਇਆ ਹੈ। ਰੱਬ ਨੂੰ ਛੱਡ ਕੇ ਮਾਇਆ ਨੂੰ ਪਿਆਰ ਕਰਦੇ ਹਨ। ਡੁੱਬੇ ਸੇ ਵਣਜਾਰੇ, ਇਹੋ ਜਿਹੇ ਵਣਜਾਰੇ, ਇਹੋ ਜਿਹੇ ਵਪਾਰੀ ਇਸ ਭਵ ਸਾਗਰ ਵਿੱਚ ਡੁੱਬ ਜਾਂਦੇ ਹਨ। ਉਹ ਪਾਰ ਨਹੀਂ ਲੰਘ ਸਕਦੇ। ਪਾਰ ਉਤਰਨ ਲਈ ਜ਼ਰੂਰੀ ਹੈ ਨਾਮ ਨਾਲ ਜੁੜਨਾ। ਪਰਮਾਤਮਾ ਦਾ ਨਾਮ ਜਹਾਜ਼ ਹੈ। ਜਹਾਜ਼ ਵਿੱਚ ਬਹਿ ਕੇ ਅਸੀਂ ਸਮੁੰਦਰ ਨੂੰ ਕ੍ਰੋਸ ਕਰ ਸਕਦੇ ਹਾਂ। ਇਹ ਸੰਸਾਰ ਵੀ ਭਵ ਸਾਗਰ ਹੈ। ਇਹ ਸੰਸਾਰ ਇੱਕ ਬਹੁਤ ਵੱਡਾ ਸਮੁੰਦਰ ਹੈ। ਇਸ ਸਮੁੰਦਰ ਦੇ ਵਿੱਚ ਪਾਣੀ ਨਹੀਂ ਹੈ, ਸਗੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ। ਇਹ ਬੁਰਾਈਆਂ ਨਾਲ ਭਰਿਆ ਹੋਇਆ ਸੰਸਾਰ ਹੈ। ਇਹਨਾਂ ਬੁਰਾਈਆਂ ਤੋਂ ਜਿਹੜਾ ਬਚ ਕੇ ਜੀਵਨ ਜਿਉਂਦਾ, ਕਹਿੰਦੇ ਭਵ ਸਾਗਰ ਨੂੰ ਪਾਰ ਕਰ ਗਿਆ ਹੈ। ਅਤੇ ਉਹ ਉਹੀ ਕਰ ਸਕਦਾ ਹੈ ਜਿਹੜੇ ਖਸਮ ਨੂੰ ਛੱਡਦੇ ਨਹੀਂ। ਜਿਨ੍ਹਾਂ ਨੇ ਰੱਬ ਨੂੰ ਵਿਸਾਰ ਦਿੱਤਾ ਹੈ, ਉਹ ਇਸ ਭਵ ਸਾਗਰ ਪਾਵੇ ਇਹਨਾਂ ਬੁਰਾਈਆਂ ਦੇ ਵਿੱਚ ਡੁੱਬ ਜਾਂਦੇ ਹਨ। ਸਤਿ ਗੁਰੂ ਹੈ ਬੋਇਥਾ। ਬੋਇਥਾ ਸਮੁੰਦਰੀ ਜਹਾਜ਼ ਨੂੰ ਕਹਿੰਦੇ। ਉਦੋਂ ਹਵਾਈ ਜਹਾਜ਼ ਨਹੀਂ ਸਨ ਹੁੰਦੇ, ਉਦੋਂ ਕਿਸ਼ਤੀਆਂ ਹੁੰਦੀਆਂ ਸਨ, ਜਿਹਨੂੰ ਬੇੜੀ ਪੰਜਾਬੀ 'ਚ ਕਹਿੰਦੇ ਸਨ। ਬੇੜੀਆਂ ਹੁੰਦੀਆਂ ਸਨ। ਜਹਾਜ਼, ਜਿਹੜੇ ਪੁਰਾਣੇ ਜਹਾਜ਼ ਨੇ, ਉਹਨਾਂ ਨੂੰ ਬਾਦਬਾਨ ਕਹਿੰਦੇ ਸੀ। ਬੱਬੇ ਨੂੰ ਕੰਨਾ ਦੱਦਾ ਬਾਦ, ਬੱਬੇ ਨੂੰ ਕੰਨਾ ਨੰਨਾ ਬਾਨ, ਬਾਦਬਾਨ। ਉਹ ਬਹੁਤ ਵੱਡੀ ਇੱਕ ਕਿਸਮ ਦੀ ਕਿਸ਼ਤੀ ਹੁੰਦੀ ਸੀ। ਉਸ 'ਤੇ ਬਹੁਤ ਵੱਡਾ ਪਰਦੇ ਲੱਗੇ ਹੁੰਦੇ ਸਨ। ਮੰਨ ਲਓ ਪੱਛਮ ਨੂੰ ਜਾਣਾ, ਜਦੋਂ ਪੱਛਮ ਦੀ ਹਵਾ ਚੱਲਣੀ ਹੈ, ਉਹ ਪਰਦਾ ਉੱਪਰ ਨੂੰ ਚੱਕ ਦਿੰਦੇ ਸੀ। ਉਹ ਹਵਾ ਪਰਦੇ ਨਾਲ ਟਕਰਾਉਂਦੀ ਸੀ ਅਤੇ ਉਹ ਹਵਾ ਜਿਹੜੀ ਸੀ ਉਹ ਜਹਾਜ਼ ਨੂੰ ਧੱਕਦੀ ਅੱਗੇ ਨੂੰ ਲਈ ਜਾਂਦੀ ਸੀ। ਜਦੋਂ ਦੇਖਦੇ ਸੀ ਵੀ ਇਹ ਡਾਇਰੈਕਸ਼ਨ ਬਦਲ ਗਈ ਹਵਾ ਦੀ, ਪਰਦਾ ਡਾਊਨ ਕਰ ਦਿੰਦੇ ਸਨ, ਉੱਥੇ ਖੜਿਆ ਕਰ ਜਹਾਜ਼। ਜਦੋਂ ਫਿਰ ਉੱਧਰ ਦੀ ਹਵਾ ਚੱਲਦੀ ਸੀ, ਫਿਰ ਉਹ ਪਰਦਾ ਉੱਚਾ ਕਰ ਦਿੰਦੇ ਸਨ, ਫਿਰ ਉਹ 'ਚ ਹਵਾ ਭਰ ਦਿਓ, ਉਹ ਹਵਾ ਧੱਕੀ ਜਾਂਦੀ ਹੁੰਦੀ ਸੀ। ਇਸ ਤਰ੍ਹਾਂ ਦੇ ਉਹਨੂੰ ਕਹਿੰਦੇ ਸੀ ਬਾਦਬਾਨ ਫਾਰਸੀ 'ਚ। ਫਿਰ ਹੌਲੀ ਹੌਲੀ ਇੰਜਨ ਵਾਲੇ ਜਹਾਜ਼ ਆ ਗਏ। ਸਮੁੰਦਰੀ ਜਹਾਜ਼ ਫਿਰ ਇੰਜਣ ਲੱਗ ਪਏ। ਇਹ ਅੱਜ ਦੇ ਸਮੁੰਦਰੀ ਜਹਾਜ਼ ਕਈ ਮੰਜ਼ਲੇ ਨੇ, ਜਿਵੇਂ ਆਪਣੀਆਂ ਕੋਠੀਆਂ ਕਈ ਮੰਜ਼ਲਾਂ ਨੇ ਨਾ, ਐਂ ਕਈ ਮੰਜ਼ਲੇ ਜਹਾਜ਼ ਨੇ ਜਿਹੜੇ ਪਹਿਲਾਂ ਬੰਦਿਆਂ ਨੂੰ ਢੋਇਆ ਕਰਦੇ ਸਨ। ਇਹ ਪਹਿਲਾਂ ਹਵਾਈ ਜਹਾਜ਼ ਨਹੀਂ ਸੀ ਹੁੰਦੇ। ਜਦੋਂ ਅਸੀਂ ਇੰਗਲੈਂਡ ਜਾਂਦੇ, ਸਾਡੇ ਪੁਰਾਣੇ ਬੰਦੇ ਦੇ ਇੰਗਲੈਂਡ ਜਾਂਦੇ ਸਨ, ਇਹ ਜਿਹੜਾ ਸਮੁੰਦਰੀ ਜਹਾਜ਼ ਦੇ ਵਿੱਚ ਹੀ ਜਾਇਆ ਕਰਦੇ ਸਨ। ਆਮ ਲੋਕਾਂ ਨੂੰ ਉਲਟੀ ਲੱਗ ਜਾਇਆ ਕਰਦੀ ਸੀ। ਕਿਉਂ? ਉਹ ਹਿਲਦਾ ਸੀ। ਪਾਣੀ ਦੇ ਸਮੁੰਦਰ, ਜਿਹਨੇ ਕਦੇ ਸਮੁੰਦਰ ਦੇਖਿਆ, ਟੀਵੀ ਵਿੱਚ ਵੀ ਚਲ ਜਾ, ਬੰਬੇ ਕਿ ਨਹੀਂ ਗਏ ਅਸੀਂ, ਜਿਹਨਾਂ ਉਂਝ ਵੇਖ ਕੇ ਕਿੱਡੀਆਂ ਉੱਚੀ ਛੱਲਾਂ ਉੱਠਦੀਆਂ। ਉਹ ਫਿਰ ਜਹਾਜ਼ ਵੀ ਹਿਲਦਾ ਸੀ। ਉਹ ਹਿੱਲਣ ਕਰਕੇ ਸਾਡੇ ਵਰਗਿਆਂ ਦਾ ਦਿਲ ਕੱਚਾ ਹੋਣ, ਉਲਟੀਆਂ ਹੁੰਦੀਆਂ। ਦਵਾਈਆਂ ਵਿੱਚ ਹੀ ਰੱਖੀਆਂ ਹੁੰਦੀਆਂ ਸਨ ਵੀ ਉਹ ਫਿਰ ਦੇ ਦਿਓ ਉਸਨੂੰ। ਹਾਂਜੀ, ਕਿੰਨੇ ਦਿਨ ਲੱਗ ਜਾਂਦੇ ਹੁੰਦੇ ਸਨ ਤਾਂ ਕਿਤੇ ਜਾ ਕੇ ਇੰਗਲੈਂਡ ਪਹੁੰਚਦੇ ਸਨ। ਅਤੇ ਹੁਣ ਤਾਂ ਇੰਗਲੈਂਡ 4 ਘੰਟੇ ਦਾ ਵੱਧ ਤੋਂ ਵੱਧ ਰਸਤਾ। ਇੱਥੋਂ ਦਿੱਲੀ ਉੱਡੋ ਅਤੇ ਉਹਦੀ ਪਤਾ ਲੱਗਦਾ ਇੰਗਲੈਂਡ ਪਹੁੰਚ ਗਏ। ਸੋ ਉਹ ਬੋਹਿਤ ਸਨ, ਉਦੋਂ ਸਮੁੰਦਰੀ ਜਹਾਜ਼ ਸਨ। ਗੁਰੂ ਜਹਾਜ਼ ਦੀ ਤਰ੍ਹਾਂ ਹੈ। ਜਿਵੇਂ ਆਪਾਂ ਜਹਾਜ਼ 'ਚ ਬੈਠ ਕੇ ਸਮੁੰਦਰ ਪਾਰ ਹੋ ਸਕਦੇ ਹਾਂ, ਇਸ ਤਰ੍ਹਾਂ ਗੁਰੂ ਜਹਾਜ਼ ਦੀ ਨਹੀਂ ਹੈ। ਜੇ ਆਪਾਂ ਗੁਰੂ ਦੇ ਲੜ ਲੱਗ ਜਾਈਏ ਅਤੇ ਗੁਰੂ ਦੇ ਆਖੇ ਲੱਗੀਏ, ਤਾਂ ਆਪਾਂ ਇਹ ਬੁਰਾਈਆਂ ਰੂਪੀ ਸਮੁੰਦਰ ਨੂੰ ਪਾਰ ਕਰ ਸਕਦੇ ਹਾਂ। ਪਰ ਵਿਰਲੇ ਕਿਨੇ ਵਿਚਾਰਿਆ, ਪਰ ਕਿਸੇ ਵਿਰਲੇ ਟਾਮ ਨੇ ਇਸ ਗੱਲ 'ਤੇ ਵਿਚਾਰ ਕੀਤੀ ਵੀ ਗੁਰੂ ਤਾਂ ਜਹਾਜ਼ ਦਾ ਕੰਮ ਕਰਦਾ, ਗੁਰੂ ਦੇ ਜਹਾਜ਼ 'ਚ ਬਹਿ ਜਾਓ ਅਤੇ ਪਾਰ ਉਤਰ ਜਾਓਗੇ। ਇਹ ਬਹਿੰਦੇ ਹੀ ਨਹੀਂ। ਧੰਨਾ ਭਗਤ ਜੀ ਸੱਚਖੰਡ ਜਾਣ ਲੱਗੇ,
ਉਹਨਾਂ ਕਿਹਾ ਚਲੋ ਜਿਸ ਪਿੰਡ 'ਚ ਮੈਂ ਰਿਹਾ ਇਹਨਾਂ ਨੂੰ ਨਾਲ ਲੈ ਚੱਲੀਏ। ਉਹਨੇ ਢੰਡੋਰਾ ਪਟਾਤਾ ਵੀ ਕੱਲ੍ਹ ਨੂੰ ਮੈਂ ਇੰਨੇ ਵਜੇ ਸੱਚਖੰਡ ਜਾ ਰਿਹਾ ਹਾਂ, ਜਿਸ ਨੇ ਸੱਚਖੰਡ ਜਾਣਾ ਉਹਨੂੰ ਮੈਂ ਨਾਲ ਲੈ ਜਾਵਾਂਗਾ, ਆ ਜਾਓ ਤੁਸੀਂ ਇੰਨੇ ਵਜੇ ਤੱਕ ਆ ਜਾਓ। ਕੋਈ ਨਹੀਂ ਆਇਆ। ਕੋਈ ਹੱਸ ਪਿਆ, ਕੋਈ ਕਹਿੰਦਾ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈ ਜਾਣ ਨੂੰ, ਮੇਰਾ ਤਾਂ ਫਲਾਣਾ ਕੰਮ ਰਹਿੰਦਾ, ਮੇਰਾ ਤਾਂ ਉਹ ਕੰਮ ਰਹਿੰਦਾ। ਇੱਕ ਬੁੜੀ ਆ ਗਈ, ਚਲੋ ਕਿਆ ਸ਼ੁਕਰ ਇੱਕ ਤੇ ਆਈਏ। ਹਾਂ ਕਹਿੰਦੇ ਮਾਤਾ ਜੀ ਤਿਆਰ ਚੱਲੀਏ। ਉਹ ਕਹਿੰਦੇ ਪੁੱਤ ਮੈਨੂੰ ਕੰਮ ਯਾਦ ਆ ਗਿਆ, ਤੂੰ ਜਾ। ਅਤੇ ਇਕੱਲੇ ਧੰਨਾ ਭਗਤ ਸਵਰਗ ਜੇ ਲੋਕ ਸਵਰਗਣ ਜਾਣ ਨੂੰ ਤਿਆਰ ਨਹੀਂ। ਧੰਨਾ ਭਗਤ ਸੱਚਖੰਡ ਲੈ ਕੇ ਜਾ ਰਹੇ ਸੀ, ਲੋਕ ਸੱਚਖੰਡ ਨੂੰ ਜਾਣ ਨੂੰ ਤਿਆਰ ਨਹੀਂ। ਇੰਨਾ ਇਹ ਦੇਸ਼ ਆਪਣੇ ਧਰਤੀ ਉਹਨਾਂ ਲੋਕ ਪਿਆਰੀ ਲੱਗਦੀ ਹੈ ਵੀ ਇੱਥੇ ਹੀ ਰਹਿਣਾ, ਅਸੀਂ ਇੱਥੇ ਹੀ ਨਰਕ ਭੋਗੀ ਜਾਣੇ, ਧੱਕੇ ਖਾਈ ਜਾਣੇ ਨੇ। ਜਿਵੇਂ ਕੋਈ ਦੇਵਤਾ ਜਾ ਰਿਹਾ ਸੀ ਆਕਾਸ਼ 'ਚ, ਉਹ ਹੇਠਾਂ ਇੱਕ ਸੂਰ ਗੰਦਗੀ ਵਿਚਾਰਾ ਖਾ ਰਿਹਾ ਨਾਲੀ 'ਚ। ਹੁਣ ਤਰਸ ਆ ਗਿਆ, ਹੇਠਾਂ ਆਇਆ, ਸੂਰ ਨੂੰ ਕਹਿੰਦਾ ਵੀ ਮੈਂ ਸਵਰਗ 'ਚ ਜਾ ਰਿਹਾ, ਤੂੰ ਸਵਰਗ ਜਾਣਾ? ਕਹਿੰਦਾ ਪਹਿਲਾਂ ਮੈਨੂੰ ਦੱਸ ਸਵਰਗ 'ਚ ਹੁੰਦਾ ਕੀ ਹੈ। ਉਹ ਕਹਿੰਦਾ ਸਵਰਗ 'ਚ ਬਹੁਤ ਸੁੰਦਰ ਬਾਗ ਨੇ, ਬੜਾ ਵਧੀਆ ਖਾਣ ਪੀਣ ਨੇ, ਫਲ ਫਰੂਟ ਨੇ, ਬੜੇ ਮੌਜਾਂ ਨੇ। ਹੈਂ ਸੂਰ ਕਹਿੰਦਾ ਪਹਿਲਾਂ ਮੈਨੂੰ ਇਹ ਦੱਸ ਉੱਥੇ ਗੰਦੀਆਂ ਨਾਲੀਆਂ ਹੈਗੀਆਂ? ਉਹ ਕਹਿੰਦਾ ਵੀ ਨਾ ਉੱਥੇ ਨਾਲੀਆਂ ਤਾਂ ਨਹੀਂ। ਕਹਿੰਦਾ ਤਾਂ ਨਹੀਂ ਮੈਂ ਜਾਂਦਾ। ਹੁਣ ਤੁਸੀਂ ਸੋਚ ਲਓ ਵੀ ਸੂਰ ਬਿਰਤੀ ਅਤੇ ਮਨੁੱਖ ਦੀ ਬਿਰਤੀ ਕਿੰਨਾ ਕੁ ਫਰਕ ਹੈ। ਗੁਰੂ ਮਹਾਰਾਜ ਕਹਿੰਦੇ ਆਓ ਤੁਹਾਨੂੰ ਸਵਰਗ ਨੂੰ ਲੈ ਜਾਈਏ, ਆਓ ਤੁਹਾਨੂੰ ਸੱਚਖੰਡ ਲੈ ਜਾਈਏ। ਇਹ ਕਹਿੰਦਾ ਨਾ ਜੀ ਅਸੀਂ ਇੱਥੇ ਠੀਕ ਹਾਂ। ਸਾਡਾ ਇੱਕ ਰਿਸ਼ਤੇਦਾਰ ਕਹਿੰਦਾ ਜੇ ਰੱਬ ਨੇ ਮੈਨੂੰ ਪੁੱਛਿਆ ਦੱਸ ਵੀ ਕਿੱਥੇ ਜਾਣਾ, ਮੈਂ ਕਹਾਂਗਾ ਜਿੱਥੇ ਮੇਰੇ ਦੋਸਤ ਰਹਿੰਦੇ, ਚਾਹੇ ਨਰਕ 'ਚ ਰਹਿੰਦੇ ਨੇ, ਉੱਥੇ ਲੈ ਜੀ ਤਾਂ ਲੱਗਾ ਰਹੂਗਾ। ਕਹਿੰਦੇ ਸਵਰਗ 'ਚ ਕਿਆ ਹੋਗਾ, ਸਾਰੇ ਚੌਂਕੜੀਆਂ ਮਾਰ ਕੇ ਬੈਠਣ, ਮੈਂ ਉੱਥੇ ਕੀ ਕਰਨਾ ਜੀ, ਮੈਨੂੰ ਤਾਂ ਨਰਕ ਹੀ ਠੀਕ ਹੈ, ਬਸ ਮੇਰੇ ਦੋਸਤ ਹੋਣੇ ਚਾਹੀਦੇ ਨੇ। ਕੋਈ ਨਹੀਂ, ਸਵਰਗ ਦੀ ਕੋਈ ਇੱਛਾ ਹੀ ਨਹੀਂ ਹੈ ਵੀ ਹਾਂ ਪੀਣ ਪੂਣ ਵਾਲੇ ਹੋਣੇ ਚਾਹੀਦੇ ਨੇ, ਬਸ ਉੱਥੇ ਗੱਲਾਂ ਬਾਤਾਂ ਮਾਰੀ ਜਾਵਾਂਗੇ। ਸੋ ਇਸ ਲਈ ਬਾਣੀ ਕਹਿੰਦੀ ਆਓ ਤੁਹਾਨੂੰ ਸੱਚਖੰਡ ਲੈ ਚੱਲੀਏ। ਬੰਦਾ ਕਹਿੰਦਾ ਨਾ ਜੀ ਅਸੀਂ ਤਾਂ ਇੱਥੇ ਹੀ ਰਹਾਂਗੇ, ਅਸੀਂ ਨਹੀਂ ਜਾਂਦੇ। ਵਿਰਲੇ ਕਿਨੇ ਵਿਚਾਰਿਆ, ਕਿਸੇ ਵਿਰਲੇ ਨੇ ਸੋਚਿਆ ਵੀ ਗੁਰੂ ਤਾਂ ਜਹਾਜ਼ ਹੈ, ਬਹਿ ਜਾਓ ਜਹਾਜ਼ ਦੇ ਵਿੱਚ, ਪਾਰ ਉਤਰ ਜਾਵਾਂਗੇ ਨਾ, ਕਰ ਕਿਰਪਾ ਪਾਰ ਉਤਾਰਿਆ। ਹਾਂ ਪਰ ਜਿਹੜਾ ਫਿਰ ਜਹਾਜ਼ ਗੁਰੂ ਦੇ ਜਹਾਜ਼ 'ਚ ਬਹਿਦੇ ਨੇ, ਗੁਰੂ ਮਹਾਰਾਜ ਕਿਰਪਾ ਕਰਕੇ ਉਸ ਨੂੰ ਪਾਰ ਉਤਾਰ ਦਿੰਦੇ ਨੇ। ਹੁਣ ਭਾਵ ਸਾਗਰ ਤੋਂ ਪਾਰ ਕਰਦੇ, ਭਾਵ ਉਹਦਾ ਬੇੜਾ ਪਾਰ ਹੋ ਜਾਂਦਾ ਹੈ, ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ, ਹੁਣ ਸਦਾ ਲਈ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।